ਸਿੰਘ ਆਵਾਜ਼ਾਂ ਆ ਰਹੀਆਂ ਸੀ ਵੈਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਵੀਰਾਂ ਭੈਣਾਂ ਨੂੰ ਜੀ ਆਇਆਂ। ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਵਨ ਜੀਵਨ ਤੇ ਸਿੱਖਿਆਵਾਂ ਬਾਰੇ ਵਿਚਾਰ ਕਰਨੀ ਹੈ। ਸਤਿਗੁਰੂ ਜੀ ਦੀ ਜੀਵਨੀ ਬਾਰੇ ਇਹ ਵਿਸ਼ਾ ਇੱਕ ਹਫ਼ਤਾ ਪਹਿਲਾਂ, ਇਹ ਪਿਛਲਾ ਹਫ਼ਤਾ ਛੱਡ ਕੇ ਇਸ ਨਿਚਰਵਾਰ, ਉਸ ਤੋਂ ਪਹਿਲੇ ਹਫ਼ਤੇ ਵੀਰ ਸੁਰਿੰਦਰ ਸਿੰਘ ਜੀ ਪ੍ਰਿੰਸੀਪਲ ਸਿੱਖ ਮਿਸ਼ਨ ਕਾਲਜ ਲੁਧਿਆਣਾ ਨੇ ਆਰੰਭ ਕੀਤਾ ਸੀ। ਅੱਜ ਉਹਨਾਂ ਦਾ ਦੂਸਰਾ ਲੈਕਚਰ, ਜਿਹਦੇ ਵਿੱਚ ਸਤਿਗੁਰੂ ਜੀ ਦੀ ਜੀਵਨੀ ਤੇ ਸਿੱਖਿਆ ਦਾ ਉਹਨਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਉਹ ਆਪਣੇ ਇਸ ਵਿਸ਼ੇ ਦੀ ਆਰੰਭਤਾ ਕਰਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਤੇ ਸਿੱਖਿਆ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਅਨੰਦਪੁਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸਮੂਹ ਵੀਰਾਂ ਭੈਣਾਂ ਨੇ ਪਿਛਲੇ ਹਫ਼ਤੇ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਔਰ ਪਟਨਾ ਸਾਹਿਬ ਦੀ ਉਹਨਾਂ ਦੇ ਇਤਿਹਾਸ ਦੀਆਂ ਹੋਰ ਯਾਤਰਾ ਬੜੇ ਸੰਖੇਪ ਮਾਤਰ ਜਿਹੇ ਸਮੇਂ ਦੇ ਰਹੀ ਅਸੀਂ ਵਿਚਾਰ ਸਾਂਝੇ ਕਰ ਲਏ ਸਨ। 1671 ਈਸਵੀ ਨੂੰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਪੂਰਬ ਦੀ ਯਾਤਰਾ ਨੂੰ ਸੰਪੂਰਨ ਕਰਕੇ ਵਾਪਸ ਅਨੰਦਪੁਰ ਸਾਹਿਬ ਆ ਗਏ ਹਨ ਤੇ ਗੁਰੂ ਪਰਿਵਾਰ ਨੂੰ ਵੀ ਇੱਥੇ ਹੀ ਬੁਲਾ ਲਿਆ ਗਿਆ। 1675 ਤੋਂ ਤੱਕ, 71 ਤੋਂ ਲੈ ਕੇ 75 ਤੱਕ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਰਹੇ ਹਨ ਔਰ ਇੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ, ਗੁਰਗੱਦੀ ਦੇ ਯੋਗ ਉਹਨਾਂ ਨੂੰ ਟ੍ਰੇਨਿੰਗ ਦੇਣ ਲਈ ਹਰ ਕਿਸਮ ਦੀ ਸੰਸਾਰੀ ਅਤੇ ਧਾਰਮਿਕ ਵਿਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ, ਜਿਸ ਦਾ ਜ਼ਿਕਰ ਸਾਡੇ ਸਾਹਿਤ ਵਿੱਚ ਭਲੀ ਭਾਂਤ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜ਼ਿੰਦਗੀ ਦੇ ਉਹ ਅਹਿਮ ਨੁਕਤੇ ਜਿਹੜੇ ਸਨ ਕਿ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਤਿਆਗ ਦੀ ਭਾਵਨਾ ਸੀ, ਕਿਸ ਤਰ੍ਹਾਂ ਉਹ ਤੇਗ ਦੇ ਧਨੀ ਸਨ, ਇਹ ਸਾਰੀਆਂ ਗੱਲਾਂ ਅਸੀਂ ਪਿਛਲੇ ਲੈਕਚਰ ਦੌਰਾਨ ਕੁਛ ਮੈਂ ਕਰ ਦਿੱਤੀਆਂ ਸਨ ਤੇ ਪਟਨਾ ਸਾਹਿਬ ਦੀ ਧਰਤੀ ਦੇ ਕੌਤਕ ਕੁਛ ਵੀਰ ਹਰਜੀਤ ਸਿੰਘ ਹੁਣੀ ਸੰਪੂਰਨ ਕਰ ਦਿੱਤੇ ਸਨ, ਕਿਉਂਕਿ ਸ਼ਹੀਦੀ ਦਾ ਵਿਸ਼ਾ ਇੱਕ ਵੱਖਰਾ ਹੀ ਵਿਸ਼ਾ ਹੈ, ਪਰ ਸ਼ਹੀਦੀ ਦੇ ਉੱਤੇ ਕੇਵਲ ਟੂਕ ਮਾਤਰ ਜਾਣਕਾਰੀ ਹੀ ਮੈਂ ਦੇਣੀ ਹੈ ਆਪ ਜੀ ਨੂੰ। ਉਸ ਤੋਂ ਬਾਅਦ ਸਤਿਗੁਰੂ ਜੀ ਦੀ ਸਿੱਖਿਆ ਦਾ ਵੀ ਇੱਕ ਵਿਸ਼ਾਲ ਸਾਗਰ ਜਿਹੜਾ ਹੈ ਉਹ ਗੁਰਬਾਣੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਸੋ ਮੁੱਖ ਤੌਰ ਤੇ ਅੱਜ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚੋਂ ਮਿਲਦੀ ਸਿੱਖਿਆ ਅਤੇ ਸਿਧਾਂਤ, ਉਸ ਸੰਬੰਧੀ ਵਿਚਾਰ ਥੋੜੇ ਜਿਹੇ ਇਤਿਹਾਸਕ ਵਿਚਾਰਾਂ ਤੋਂ ਬਾਅਦ ਪ੍ਰਾਰੰਭ ਕੀਤੇ ਜਾਣਗੇ, ਕਿਉਂਕਿ ਇਹ ਸਮਾਂ ਔਰੰਗਜ਼ੇਬ ਬਾਦਸ਼ਾਹ ਦਾ ਸਮਾਂ ਸੀ। ਸੰਨ 1658 ਈਸਵੀ ਵਿੱਚ ਇਹ ਔਰੰਗਜ਼ੇਬ ਗੱਦੀ ਤੇ ਬੈਠਾ ਹੈ ਔਰ ਜਿਸ ਮਤਸਵੀ ਸੁਭਾਅ ਦਾ ਮਾਲਕ ਸੀ ਉਹ ਇਤਿਹਾਸ ਵਿੱਚ ਅਸੀਂ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ। ਇਹ ਗੱਲ ਚੇਤੇ ਰੱਖਣੀ ਕਿ ਤਖਤ ਤੱਕ ਪਹੁੰਚਣ ਲਈ ਪਹਿਲਾਂ ਉਸਨੇ ਪਹਿਲਾ ਕਦਮ ਆਪਣੇ ਬਾਪ ਦੀ ਛਾਤੀ ਤੇ ਰੱਖਿਆ, ਦੂਜਾ ਕਦਮ ਆਪਣੇ ਭਰਾ ਦੀ ਖੋਪਰ ਤੇ, ਅਤੇ ਅਨੇਕਾਂ ਹੀ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਤੇ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂਆਂ ਦੇ ਖੂਨ ਵਿੱਚ ਤਾਰੀ ਲਾ ਕੇ ਇਹ ਤਖਤੇ ਤਾਊਸ ਤੱਕ ਪੁੱਜਿਆ। ਉਸ ਤੋਂ ਇਨਸਾਫ ਦੀ ਹੋਰ ਕਿਸੇ ਨੂੰ ਕੀ ਆਸ ਹੋ ਸਕਦੀ ਸੀ, ਜਿਸ ਨੇ ਸਭ ਤੋਂ ਪਹਿਲਾਂ ਆਪਣੇ ਪਿਓ ਸ਼ਾਹਜਹਾਨ ਨੂੰ 7 ਸਾਲ ਆਗਰੇ ਦੇ ਕਿਲੇ ਵਿੱਚ ਕੈਦ ਰੱਖਿਆ। ਆਪਣੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ, ਜੋ ਬਾਅਦ ਚ ਬਾਦਸ਼ਾਹ ਬਹਾਦਰ ਸ਼ਾਹ ਬਣਿਆ, ਉਹਨੂੰ 8 ਸਾਲ ਇਸੇ ਕੈਦ ਵਿੱਚ
ਉਹਨੇ 8 ਸਾਲ ਆਗਰੇ ਦੇ ਕਿਲੇ ਵਿੱਚ ਕੈਦ ਰੱਖਿਆ। ਆਪਣੀ ਧੀ ਜ਼ੇਬੋ ਨਿਸ਼ਾਂ ਸਲੇਮਗੜ੍ਹ ਦੇ ਕਿਲੇ ਵਿੱਚ 20 ਸਾਲ ਕੈਦ ਰੱਖੀ। ਔਰ ਉਹਦੀ ਇੱਕੋ ਹੀ ਘਟਨਾ ਉਹਦੇ ਜੀਵਨ ਦੀ ਘਿਨਾਉਣੀ ਕਿ ਈਦ ਵਾਲੇ ਦਿਨ ਆਪਣੇ ਭਰਾ ਦਾਰਾ ਸ਼ਿਕੋਹ ਦਾ ਸਿਰ ਲਾ ਕੇ ਥਾਲੀ ਵਿੱਚ ਢੱਕ ਕੇ ਆਪਣੇ ਪਿਤਾ ਨੂੰ ਭੇਜਿਆ ਤੇ ਈਦ ਮੁਬਾਰਕ ਆਖੀ। ਕਹਿੰਦੇ ਨੇ ਸ਼ਾਹਜਹਾਨ ਨੇ ਇੱਕ ਵਾਰੀ ਚਿੱਠੀ ਲਿਖੀ ਕਿ ਬੇਟਾ ਔਰੰਗਜ਼ੇਬ, ਹਿੰਦੂਆਂ ਨੂੰ ਸ਼ਾਬਾਸ਼ ਹੈ ਜੋ ਹਰ ਸਾਲ ਆਪਣੇ ਮਰ ਚੁੱਕੇ ਪਿੱਤਰਾਂ ਦੇ ਨਿਮਿਤ ਸ਼ਰਾਧ ਕਰਕੇ ਭੋਜਨ ਭੇਜਦੇ ਹਨ, ਪਰ ਤੂੰ ਮੇਰਾ ਕੈਸਾ ਫਰਜ਼ੰਦ ਹੈ ਜੋ ਮੈਨੂੰ ਜਿਉਂਦੇ ਜੀ ਵੀ ਪਾਣੀ ਦਾ ਘੁੱਟ ਦੇਣ ਲਈ ਤਿਆਰ ਨਹੀਂ। ਕਹਿੰਦੇ ਇਹਨੇ ਜਵਾਬ ਦਿੱਤਾ ਸੀ, ਅੱਬਾ ਜਾਨ, ਤੇਰੇ ਕੋਲ ਚਿੱਠੀਆਂ ਲਿਖਣ ਦਾ ਸਮਾਂ ਬਹੁਤ ਹੈ, ਪਰ ਮੇਰੇ ਕੋਲ ਚਿੱਠੀ ਪੜ੍ਹਨ ਦਾ ਟਾਈਮ ਨਹੀਂ। ਜੇ ਪਿਆਸ ਤੈਨੂੰ ਇਤਨੀ ਹੀ ਤੰਗ ਕਰਦੀ ਹੈ, ਜਿਸ ਸਿਆਹੀ ਦੇ ਨਾਲ ਤੂੰ ਕਾਗਜ਼ ਜਿਹੜਾ ਹੈ ਉਹ ਕਾਲੇ ਕਰਦਾ ਰਹਿੰਦਾ ਹੈ ਹਰ ਸਮੇਂ, ਉਹ ਸਿਆਹੀ ਪੀ ਕੇ ਆਪਣੀ ਪਿਆਸ ਬੁਝਾ ਲਿਆ ਕਰ। ਸੋ ਇਹ ਸੀ ਉਹਦਾ ਨਿੱਜੀ ਕਿਰਦਾਰ। ਉਸਨੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਔਰ ਮੁਸਲਮਾਨ ਭਾਈਚਾਰੇ ਦੀ ਹਮਦਰਦੀ ਜਿੱਤਣ ਦੇ ਲਈ ਸਭ ਤੋਂ ਪਹਿਲਾਂ ਗੈਰ ਮੁਸਲਮਾਨਾਂ ਦਾ ਉਸਨੇ ਕਾਫੀਆ ਤੰਗ ਕੀਤਾ ਤੇ ਗੈਰ ਮੁਸਲਮਾਨਾਂ ਦੇ ਉੱਤੇ ਜ਼ੁਲਮ ਦੀ ਹਨੇਰੀ ਚਲਾ ਦਿੱਤੀ। ਉਸ ਦੇ ਦੀਨੀ ਭਰਾ ਵੀ ਉਸ ਦੇ ਜ਼ੁਲਮਾਂ ਤੋਂ ਤੰਗ ਆ ਗਏ। ਇਤਿਹਾਸ ਵਿੱਚ ਲਿਖਿਆ ਹੈ, ਮੱਕੇ ਦੇ ਵੱਡੇ ਮੁਫਤੀ ਨੇ ਪਹਿਲਾਂ ਉਸਦੀ ਭੇਟਾ ਲੈਣ ਤੋਂ ਹੀ ਨਾ ਕਰ ਦਿੱਤੀ, ਪਰ ਜਦੋਂ ਉਸਨੇ ਸਮਝਾਇਆ ਕਿ ਉਹ ਤਾਂ ਇਸਲਾਮ ਦੇ ਵਾਧੇ ਲਈ ਸਭ ਕੁਝ ਕਰ ਰਿਹਾ ਹੈ, ਫਿਰ ਉਹਦੇ ਲਈ ਦੁਆ ਵੀ ਕੀਤੀ ਤੇ ਉਹਦੇ ਲਈ ਤੋਹਫੇ ਵੀ ਭੇਜੇ। ਕੇਵਲ ਈਰਾਨ ਦਾ ਸ਼ਾਹ ਆਬਾਸ ਸੀ ਜਿਸਨੇ ਉਸਦੀ ਪਾਲਿਸੀ ਦੀ ਨਿੰਦਾ ਕੀਤੀ, ਉਸਦੀ ਪਾਲਿਸੀ ਦਾ ਵਿਰੋਧ ਕੀਤਾ। ਹਿੰਦੂ ਧਰਮ ਦੇ ਲਈ ਵਿਸ਼ੇਸ਼ ਆਰਥਿਕ ਔਕੜਾਂ ਪੈਦਾ ਕਰਨ ਲਈ ਉਹਨੇ ਜਜੀਆ ਟੈਕਸ ਦੁੱਗਣਾ ਕਰ ਦਿੱਤਾ। ਮੁਲਤਾਨ ਅਤੇ ਬਨਾਰਸ ਦੇ ਜੋ ਬਹੁਤ ਪੁਰਾਣੇ ਵੱਡੇ ਵੱਡੇ ਵਿਦਿਆਲੇ ਤੇ ਪਾਠਸ਼ਾਲਾ ਚਾਲੂ ਕੀਤੀਆਂ ਗਈਆਂ ਸਨ ਧਰਮ ਦੇ ਪ੍ਰਚਾਰ ਲਈ, ਉਹਨੇ ਸਾਰੀਆਂ ਬੰਦ ਕਰਨ ਦਾ ਹੁਕਮ ਚਾੜ ਦਿੱਤਾ। ਸਰਕਾਰੀ ਨੌਕਰੀਆਂ ਤੋਂ ਹਿੰਦੂਆਂ ਨੂੰ ਛੁੱਟੀ ਕਰ ਦਿੱਤੀ ਗਈ। ਦਾੜੀਆਂ ਵਾਲਿਆਂ ਦੀ ਦਾੜੀ ਦਾ ਸਾਇਜ਼ ਨਿਯਤ ਕਰ ਦਿੱਤਾ ਔਰ ਮਿੱਟੀ ਦੇ ਔਰ ਖੰਡ ਦੇ ਖਿਡੌਣੇ ਲਾਉਣ ਤੇ ਪਾਬੰਦੀ ਲਾ ਦਿੱਤੀ ਕਿ ਇਸ ਦੇ ਵਿੱਚੋਂ ਬੁੱਤ ਪ੍ਰਸਤੀ ਦੀ ਬੋ ਆਉਂਦੀ ਹੈ। ਕਹਿੰਦੇ ਹਨ ਕਿ ਰਾਗ ਦੀ ਮਨਾਹੀ ਕਰ ਦਿੱਤੀ, ਕਿਉਂਕਿ ਇਸਲਾਮ ਦੀ ਸ਼ਰ੍ਹਾ ਦੇ ਖਿਲਾਫ ਰਾਗੀ ਘਰ ਘਰ ਦੀ ਤਲਾਸ਼ੀ ਲੈ ਕੇ ਉਹਨਾਂ ਦੇ ਸਾਜ਼ ਕੱਢੇ ਗਏ, ਤੋੜੇ ਗਏ ਤੇ ਰਾਗੀਆਂ ਨੂੰ ਚੱਕ ਕੇ ਕੈਦ ਦੇ ਵਿੱਚ ਸੁੱਟਿਆ ਗਿਆ। ਮਥੁਰਾ ਦਾ ਇੱਕ ਬਹੁਤ ਵੱਡਾ ਮੰਦਿਰ ਜਿਹਨੂੰ ਨਰਸਿੰਘ ਬੁੰਦੇਲੇ ਨੇ ਸ਼ਾਹਜਹਾਨ ਤੋਂ ਇਜਾਜ਼ਤ ਲੈ ਕੇ 33 ਲੱਖ ਰੁਪਏ ਬਣਾਇਆ ਸੀ। 33 ਲੱਖ ਰੁਪਏ ਵਿੱਚ ਉਹ ਬਨਾਰਸ ਸਾਹਿਬ ਮੰਦਿਰ ਢਾਹ ਦਿੱਤਾ ਗਿਆ। ਉਹਨੇ ਸੋਚਿਆ ਕਿ ਹਿੰਦੁਸਤਾਨ ਨੂੰ ਇੱਕਮਾਤਰ ਇਸਲਾਮ ਦੇ ਛਤਰ ਥੱਲੇ ਲਿਆਉਣ ਦੇ ਲਈ ਕਸ਼ਮੀਰ ਤੋਂ ਇਸ ਮੁਹਿੰਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਸੋ 1674 ਈਸਵੀ ਵਿੱਚ ਪਹਿਲਾਂ ਉਹਦੀ ਨੀਤੀ ਸੀ ਕਿ ਵਿਦਵਾਨਾਂ ਨੂੰ ਕਾਬੂ ਕਰ ਲਿਆ ਜਾਵੇ, ਬੁੱਧੀਜੀਵੀਆਂ ਨੂੰ ਕਾਬੂ ਕਰ ਲਿਆ ਜਾਵੇ, ਤਾਂ ਤਮਾਮ ਲੋਕ ਜਿਹੜੇ ਹੈ ਬਾਕੀ ਲਾਣਾ ਆਪਣੇ ਆਪ ਇਸਲਾਮ ਦੇ ਵਿੱਚ ਸ਼ਾਮਲ ਹੋਵੇਗਾ। ਉਹਨੇ ਆਪਣੇ ਬਹੁਤ ਭਰੋਸੇਯੋਗ ਸਾਥੀ ਔਰ ਜ਼ਾਲਿਮ ਦਿਲ ਇਫਤਾਰ ਖਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਕਸ਼ਮੀਰ ਦਾ ਸੂਬੇਦਾਰ ਨਿਯਤ ਕੀਤਾ, ਜਿਹਨੇ ਕਸ਼ਮੀਰ ਦੇ ਵਿੱਚ ਜ਼ੁਲਮੋ ਸਿਤਮ ਦੀ ਹਨੇਰੀ ਝੁਲਾ ਦਿੱਤੀ। ਨਵੇਂ ਮੰਦਿਰ ਬਣਾਉਣ ਤੇ ਪਾਬੰਦੀ ਤੇ ਪੁਰਾਣੇ ਮੰਦਿਰ ਢਾਣੇ ਸ਼ੁਰੂ ਕਰ ਦਿੱਤੇ। ਹਿੰਦੂਆਂ ਦੇ ਮੇਲੇ ਬੰਦ ਕਰ ਦਿੱਤੇ ਗਏ। ਪੂਜਾ ਪਾਠ ਦੀ ਮਨਾਹੀ ਕਰ ਦਿੱਤੀ ਗਈ। PN ਬਿਜ਼ਨਈ ਇਤਿਹਾਸਕਾਰ ਲਿਖਦਾ ਹੈ ਹਿਸਟਰੀ ਆਫ ਕਸ਼ਮੀਰ ਦੇ ਪੰਨਾ 544 ਤੇ ਕਿ ਸਾਰੇ ਹਿੰਦੁਸਤਾਨ ਦੇ ਵੱਡੇ ਵੱਡੇ ਬ੍ਰਾਹਮਣ ਜਿਹੜੇ ਕੁਝ ਸੋਚਣ ਲੱਗੇ ਔਰ ਅਮਰਨਾਥ ਦੇ ਮੰਦਿਰ ਵਿੱਚ ਜਾ ਕੇ ਉਹਨਾਂ ਨੇ ਕੋਈ ਗੁਪਤ ਮੀਟਿੰਗ ਕੀਤੀ, ਜਿੱਥੇ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣ ਚੁੱਕੇ ਪੰਡਿਤ ਬ੍ਰਹਮਦਾਸ ਤੋਂ ਚੱਲੀ ਹੋਈ ਸਿੱਖੀ ਦੀ ਲਹਿਰ ਦੇ ਮੁਖੀ ਉਸ ਵੇਲੇ ਦੇ ਪੰਡਿਤ ਕਿਰਪਾ ਰਾਮ ਜੀ ਔਰ ਇੰਦਰਾ ਗਾਂਧੀ ਦੇ ਖਾਨਦਾਨ ਵਿੱਚੋਂ ਪੰਡਿਤ ਪੂਰਨ ਚੰਦ ਜਾਂ ਸੰਪੂਰਨ ਚੰਦ ਦਾ ਨਾਂ ਆਉਂਦਾ ਹੈ। ਉਹ ਦੋਨਾਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਡੈਪੂਟੇਸ਼ਨ ਜੋ ਹੈ 500 ਪੰਡਿਤਾਂ ਦਾ ਲਿਖਿਆ ਹੈ ਕਿਤਾਬਾਂ ਦੇ ਵਿੱਚ, ਜਿਨ੍ਹਾਂ ਦੇ 16 ਮੁਖੀ ਉਸ ਵੇਲੇ ਹਿੰਦੁਸਤਾਨ ਦੇ ਪਾਠਸ਼ਾਲਾਵਾਂ,
ਜਾਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਸ ਵੇਲੇ ਦੀਆਂ ਯੂਨੀਵਰਸਿਟੀਆਂ ਸਨ, ਉਹਨਾਂ ਦੇ ਵੱਡੇ ਵੱਡੇ ਵਾਈਸ ਚਾਂਸਲਰ ਤੇ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਧਾਰਮਿਕ ਆਗੂ, ਜਿਨ੍ਹਾਂ ਦੀ ਗਿਣਤੀ 16 ਲਿਖੀ ਹੋਈ ਹੈ, ਉਹਦੀ ਅਗਵਾਈ ਦੇ ਵਿੱਚ ਇਹ ਡੈਪੂਟੇਸ਼ਨ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ। ਅੱਜ ਭਾਵੇਂ ਕੁਝ ਮਤਸਵੀ ਲੋਕ ਇਸ ਗੱਲ ਨੂੰ ਵੀ ਇਤਿਹਾਸ ਦੀ ਸੱਚਾਈ ਨੂੰ ਪਲਟਣਾ ਚਾਹੁੰਦੇ ਹਨ, ਪਰ ਉਸ ਵੇਲੇ ਦੀਆਂ ਪੱਟਬੀਆਂ ਦੇ ਵਿੱਚ ਇਹ ਅੰਕਿਤ ਹੈ ਕਿ कृपा राम बेटा डू राम का, पोता नारायण दास का, पड़पोता ब्रह्मदास का, वंश ठाकुर दास, गोत भारतवाज, सार सुत दत्त ब्राह्मण, वासी मडन, परगना श्रीनगर, देश कश्मीर, खोड़स मुखी ब्राह्मण को लेकर चक नानकी परगना कहलूर आया। संबत 1732 जेठ मासे की एकादशी के दिन गुरु तेग बहादुर महला नोमा ने धीरज दिया। पटवही तलौंडा ਦੀ ਇਹ ਸ਼ਬਦਾਵਲੀ ਮੈਂ ਆਪ ਜੀ ਨੂੰ ਬੋਲ ਕੇ ਦੱਸੀ ਹੈ, ਜੋ ਕਿਤਾਬਾਂ ਦੇ ਵਿੱਚ ਅੰਕਿਤ ਹੈ। ਆ ਕੇ ਉਹਨਾਂ ਨੇ ਬੇਨਤੀ ਕੀਤੀ, ਬਾਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਸਤਿਗੁਰੂ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਕਹਿ ਦਿੱਤਾ ਕਿ ਪੰਡਤ ਜੀ, ਜਿਹੜੀ ਗੱਲ ਅੱਜ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਲਿਖਦੇ ਨੇ ਇੰਗਲੈਂਡ ਦੇ ਮੁੱਖ ਦੁਆਰ ਪਾਰਲੀਮੈਂਟ ਹਾਊਸ ਦੇ ਉੱਤੇ ਲਿਖੀ ਕਿ ਮੈਂ ਭਾਵੇਂ ਤੇਰੇ ਮਤ ਦੇ ਨਾਲ ਸਹਿਮਤ ਨਹੀਂ, ਪਰ ਆਪਣੀ ਜਾਨ ਵਾਰ ਕੇ ਤੈਨੂੰ ਤੇਰੇ ਮਤ ਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਦਵਾਵਾਂਗਾ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉਸ ਵੇਲੇ 25 ਜੂਨ ਸਨ 1675 ਈਸਵੀ ਨੂੰ ਜਦੋਂ ਇਹ ਪੰਡਤ ਲੋਕ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਸਨ, ਤਾਂ ਇਹ ਗੱਲ ਕਹਿ ਦਿੱਤੀ ਸੀ, ਪੰਡਤ ਜੀ, ਮੈਂ ਭਾਵੇਂ ਤੁਹਾਡੇ ਮਤ ਦੇ ਨਾਲ ਸਹਿਮਤ ਨਹੀਂ, ਬਲਕਿ ਆਪਣੀ ਹੀ ਨਹੀਂ ਆਪਣੇ ਪੂਰੇ ਸਰਬੰਸ ਦੀ ਜਾਨ ਵਾਰ ਕੇ ਵੀ ਤੁਹਾਨੂੰ ਤੁਹਾਡੇ ਮਤ ਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਦਵਾਂਗਾ। ਲਾਸਾਨੀ ਸ਼ਹੀਦ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਹੀ ਕਹਿੰਦੇ ਹਾਂ ਕਿ ਜਦੋਂ ਅਸੀਂ ਪੈਗੰਬਰਵਾਦ ਦਾ ਇਤਿਹਾਸ ਪੜ੍ਹਦੇ ਹਾਂ ਤੇ ਪੈਗੰਬਰ ਸਾਹਿਬ ਦਾ ਸਕਾ ਚਾਚਾ ਸੀ, ਜਿਹਨੇ ਉਹਨਾਂ ਦੀ ਪਾਲਣਾ ਪੋਸ਼ਣਾ ਕੀਤੀ, ਪਰ ਉਹਨਾਂ ਦੇ ਮਤ ਨਾਲ ਸਹਿਮਤ ਨਹੀਂ ਸੀ। ਜਦੋਂ ਕਹਿੰਦੇ ਨੇ ਉਹਨਾਂ ਦਾ ਚਾਚਾ ਅਬੂ ਤਾਲਿਬ ਮੌਤ ਦੇ ਬਿਸਤਰੇ ਉੱਤੇ ਪਿਆ ਹੋਇਆ ਸੀ, ਮਜਬੂਰ ਹੋ ਕੇ ਪੈਗੰਬਰ ਸਾਹਿਬ ਨੂੰ ਖਬਰ ਲੈਣ ਦੇ ਲਈ ਜਾਣਾ ਪਿਆ। ਦਰਵਾਜ਼ੇ ਵਿੱਚ ਖੜ ਕੇ ਆਵਾਜ਼ ਦਿੱਤੀ, ਚਾਚਾ ਜਾਨ, ਮੈਨੂੰ ਮੁਆਫ ਕਰੀ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਕਿਉਂਕਿ ਤੂੰ ਮੇਰੇ ਮਤ ਦੇ ਨਾਲ ਸਹਿਮਤ ਨਹੀਂ। ਦੂਜੇ ਪੈਗੰਬਰ ਸਾਹਿਬ ਦਾ ਇਤਿਹਾਸ ਪੜ੍ਹੀਏ, ਮਾਈ ਨੇ ਆ ਕੇ ਪੱਲਾ ਫੜ ਲਿਆ, ਪ੍ਰਭੂ ਮੇਰੀ ਮਦਦ ਕਰੋ। ਤੇ ਪੈਗੰਬਰ ਸਾਹਿਬ ਪੁੱਛਦੇ ਨੇ, ਮਾਈ ਤੂੰ ਹੈ ਕੌਣ? ਕਹਿਣ ਲੱਗੀ, ਮੈਂ ਦੁਖਿਆਰੀ ਹਾਂ। ਕਹਿਣ ਲੱਗੇ, ਤੇਰਾ ਧਰਮ ਕੀ ਹੈ? ਤੇ ਜਦੋਂ ਉਸਨੇ ਦੱਸਿਆ, ਮੈਂ ਯਹੂਦਨ ਹਾਂ, ਤੇ ਪੈਗੰਬਰ ਸਾਹਿਬ ਦਾ ਜਵਾਬ ਸੀ, ਮਾਤਾ ਮੁਆਫ ਕਰੀ, ਤੂੰ ਮੇਰੇ ਮਤ ਦੇ ਨਾਲ ਸਹਿਮਤ ਨਹੀਂ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਪਰ ਇਧਰ ਗੁਰੂ ਨਾਨਕ ਪਾਤਸ਼ਾਹ ਦੀ ਜੋਤ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਕਹਿ ਰਹੇ ਹਨ ਕਿ ਪੰਡਤ ਜੀ, ਨਾ ਮੈਂ ਜੰਜੂ ਪਹਿਨਦਾ, ਨਾ ਮੈਂ ਧੋਤੀ ਰੱਖਦਾ, ਨਾ ਮੈਂ ਟਿੱਕਾ ਲਾਉਂਦਾ ਹਾਂ, ਨਾ ਮੈਂ ਸ਼ਿਵਾਲਿਆਂ ਮੰਦਿਰਾਂ ਵਿੱਚ ਜਾ ਕੇ ਭਾਂਤ ਭਾਂਤ ਦੇ ਦੇਵਤਿਆਂ ਦੀ ਪੂਜਾ ਕਰਦਾ ਹਾਂ, ਪਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਹੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਭਾਵੇਂ ਮੈਂ ਤੁਹਾਡੇ ਮਤ ਨਾਲ ਸਹਿਮਤ ਨਹੀਂ, ਪਰ ਆਪਣੀ ਨਹੀਂ, ਆਪਣੇ ਸਰਬੰਸ ਦੀ ਜਾਨ ਕੁਰਬਾਨ ਕਰਕੇ ਵੀ ਤੁਹਾਨੂੰ ਤੁਹਾਡੇ ਮਤ ਦੇ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਦਵਾਵਾਂਗਾ। ਸੋ ਇਸੇ ਬੇਨਤੀ ਨੂੰ ਪ੍ਰਵਾਨ ਕਰਕੇ 25 ਜੂਨ 1675 ਨੂੰ ਇਹ ਲੋਕ ਆਏ ਸਨ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁਨੇਹਾ ਦੇ ਕੇ ਭੇਜ ਦਿੱਤਾ ਕਿ ਜਾ ਕੇ ਆਪਣੇ ਸੂਬੇਦਾਰ ਨੂੰ ਕਹਿ ਦਿਓ, ਔਰੰਗਜ਼ੇਬ ਨੂੰ ਕਹਿ ਦਿਓ, ਅਗਰ ਗੁਰੂ ਤੇਗ ਬਹਾਦਰ ਜੀ ਸਾਡੇ ਆਗੂ ਹਨ, ਜੇ ਉਹ ਤੁਹਾਡੇ ਧਰਮ ਨੂੰ ਪ੍ਰਵਾਨ ਕਰ ਲੈਂਦੇ ਤਮਾਮ ਹਿੰਦੁਸਤਾਨ। ਇਹ ਆਪ ਸਹੇੜੀ ਸ਼ਹਾਦਤ ਸੀ। ਲਾਲਾ ਦੌਲਤ ਰਾਏ ਆਰੀਆ ਸਮਾਜੀ ਨੇ ਤਾਂ ਹੀ ਕਿਹਾ ਸੀ ਕਿ ਅੱਜ ਤੱਕ ਜੇ ਤੋਂ ਸੁਨਾ ਥਾ कि कातिल मकतूल के पास जाए, ये नहीं कि मकतूल कातिल के पास जाए। गुरु तेग बहादुर जी ने अजिहा करके उल्टी गंगा बहाउण दे अर्थ समझा दिते, ते उल्टी गंगा पोए नूं अज भी कहावत मशहूर है, पर इहदे अर्थ गुरु तेग बहादुर जी ने उस दिन समझाए। कुछ दिन उड़ीकण तो बाद
ਅੰਤ ਇਤਿਹਾਸ ਦੀ ਖੋਜ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ 8 ਜੁਲਾਈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ 9 ਸਾਲ ਦੇ ਬੇਟੇ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ ਆਪ ਮਜ਼ਲੂਮਾਂ ਦੀ ਬਾਹ ਪਕੜ ਲਈ ਸੀ ਤੇ ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ ਦਾ ਨਾਰਾ ਬੁਲੰਦ ਕਰਨ ਵਾਲੇ ਅਮਲੀ ਰੂਪ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਦਿੱਲੀ ਵੱਲ ਚਾਲੇ ਪਾ ਦਿੱਤੇ। 11 ਜੁਲਾਈ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਸਾ ਪਾਰ ਕੀਤਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦਾ ਸਾਰਾ ਹੀ ਭਾਈਚਾਰਾ, ਸਾਰਾ ਪਰਿਵਾਰ ਕੁਟੁੰਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿੰਦਾ ਸੀ। ਸਤਿਗੁਰੂ ਜੀ ਉੱਥੋਂ ਮਿਲ ਕੇ ਜਦੋਂ 11 ਜੁਲਾਈ ਨੂੰ ਸਰਸਾ ਦੇ ਪਾਰ ਪਹੁੰਚੇ ਹਨ ਤਾਂ ਰੋਪੜ ਤੋਂ ਉਰਲੇ ਪਾਸੇ ਜਿੱਥੇ ਮੋੜ ਆਉਂਦਾ ਹੈ ਘਨੌਲੀ ਪਿੰਡ ਤੋਂ ਅਗਲੇ ਪਾਸੇ ਮਲਕਪੁਰ ਰੰਗਣਾ, ਇਹ ਲਿਖਿਆ ਹੈ ਪੁਰਾਣੇ ਇਤਿਹਾਸ ਦੇ ਵਿੱਚ, ਪੱਟ ਬਹੀਆਂ ਦੇ ਵਿੱਚ, ਕਿ ਮਲਕਪੁਰ ਰੰਗਣਾ ਘਨੌਲੀ ਤੋਂ ਕੁਛ ਦੂਰੀ ਤੇ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖਾਨ ਨੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ 3 ਸਿੱਖਾਂ ਸਮੇਤ ਗ੍ਰਿਫਤਾਰ ਕਰਕੇ ਸਰਹੰਦ ਦੇ ਸੂਬੇਦਾਰ ਦਿਲਾਵਰ ਖਾਨ ਦੇ ਹਵਾਲੇ ਕਰ ਦਿੱਤਾ। 4 ਮਹੀਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਬਸੀ ਪਠਾਣਾ ਦੀ ਜੇਲ੍ਹ ਦੇ ਵਿੱਚ ਬੰਦੀ ਖਾਨੇ ਦੇ ਵਿੱਚ ਰੱਖਿਆ ਗਿਆ। ਪਟਵੇਈ, ਮੁਲਤਾਨੀ, ਸਿੰਧੀ, ਖਾਤਾ, ਜਲਾਨੇ, ਬਲੌਤੇ ਕਾ, ਉਹਨਾਂ ਨੇ ਇਹ ਗੱਲ ਲਿਖੀ। ਔਰ ਬਹੁਤ ਸਾਰੇ ਡਾਕਟਰ ਗੰਡਾ ਸਿੰਘ ਜੀ ਵਰਗੇ, ਮਹਿੰਦਰ ਸਿੰਘ ਜੀ ਜੋਸ਼ ਵਰਗੇ ਔਰ ਬਹੁਤ ਵੱਡੀ ਗਿਣਤੀ ਵਿੱਚ ਵਿਦਵਾਨਾਂ ਨੇ ਇਸੇ ਹੀ ਤਰੀਕ ਦੀ ਤਸਦੀਕ ਕੀਤੀ ਹੈ। ਔਰੰਗਜ਼ੇਬ ਉਸ ਵੇਲੇ ਹਸਨ ਅਬਦਾਲ ਸੀ। ਉਹਨੇ ਦਿਲਾਵਰ ਖਾਨ ਨੂੰ ਹੁਕਮ ਦਿੱਤਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਲੋਹੇ ਦੇ ਪਿੰਜਰਿਆਂ ਵਿੱਚ ਬੰਦ ਕਰਕੇ ਤਕੜੇ ਪਹਿਰੇ ਦੇ ਹੇਠ ਦਿੱਲੀ ਭੇਜ ਦਿੱਤਾ ਜਾਵੇ। 4 ਮਹੀਨੇ ਸਤਿਗੁਰੂ ਜੀ ਨੂੰ ਇੱਥੇ ਕੈਦ ਰੱਖਿਆ ਗਿਆ ਔਰ 3 ਨਵੰਬਰ 1675 ਨੂੰ ਬਸੀ ਪਠਾਣਾ ਤੋਂ ਚਾਂਦਨੀ ਚੌਂਕ ਕੋਤਵਾਲੀ ਦੇ ਵਿੱਚ ਸੂਬੇਦਾਰ ਸਫੀ ਖਾਨ ਤੇ ਕਿਲੇਦਾਰ ਮੁਲਫਰ ਖਾਨ ਦੇ ਹਵਾਲੇ ਕਰ ਦਿੱਤਾ। 4 ਨਵੰਬਰ ਸਨ 1675 ਨੂੰ ਸਫੀ ਖਾਨ ਦੇ ਹਵਾਲੇ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕੀਤਾ ਗਿਆ, ਪਹਿਲਾਂ ਸਰਕਾਰੀ ਨੀਤੀ ਦੇ ਮੁਤਾਬਕ ਬੜੀ ਆਓ ਭਗਤ, ਭਾਂਤ ਦੇ ਲਾਲਚ, ਬੜੀਆਂ ਮੋਮੋ ਠਗਣੀਆਂ ਗੱਲਾਂ 2-3 ਦਿਨ ਹੁੰਦੀਆਂ ਰਹੀਆਂ। 5 ਨਵੰਬਰ ਨੂੰ ਦੁਬਾਰਾ ਪੇਸ਼ੀ, ਤੇ ਉਸ ਪੇਸ਼ੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਕਿਹਾ ਗਿਆ ਕਿ ਕੋਈ ਕਰਾਮਾਤ ਦੱਸੋ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ, ਕਰਾਮਾਤ ਕਹਿਰ ਦਾ ਨਾਮ ਹੈ, ਗੁਰੂ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਕਰਾਮਾਤ ਪ੍ਰਵਾਨ ਨਹੀਂ। ਤੇ ਫਿਰ ਧਮਕੀਆਂ ਤੇ ਉਤਰ ਆਏ। ਅੰਤ 3 ਸ਼ਰਤਾਂ ਜਿਹੜੀਆਂ ਨੇ ਉਹ ਪ੍ਰਸਿੱਧ ਨੇ, ਉਹਨਾਂ ਵਿੱਚ ਕਿਹਾ ਗਿਆ ਜਾਂ ਧਰਮ ਤਬਦੀਲ ਕਰ ਲਓ, ਜਾਂ ਕੋਈ ਕਰਾਮਾਤ ਦੱਸ ਦਿਓ, ਤੇ ਜਾਂ ਫਿਰ ਮੌਤ ਜਿਹੜਾ ਹੈ ਉਹਨੂੰ ਕਬੂਲ ਕਰਨ ਦੇ ਲਈ ਤਿਆਰ ਹੋ ਜਾਓ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲੀਆਂ ਦੋਵੇਂ ਗੱਲਾਂ ਰਿਜੈਕਟ ਕਰਕੇ ਮੌਤ ਨੂੰ ਕਬੂਲ ਕਰਨ ਦਾ ਫੈਸਲਾ ਸੁਣਾ ਦਿੱਤਾ। ਪਰ ਫਿਰ ਵੀ 6 ਨਵੰਬਰ ਨੂੰ ਨਿਆਂ ਵਿਭਾਗ ਦਾ ਮੁਖੀ ਕਾਜ਼ੀ ਅਬਦੁਲ ਵਹਾਬ ਬੋਰਾ ਕਹਿੰਦੇ ਨੇ ਕੋਤਵਾਲੀ ਦੇ ਵਿੱਚ ਗਿਆ, ਗੁਰੂ ਕੀਆਂ ਸਾਖੀਆਂ ਅਨੁਸਾਰ ਗੁਰੂ ਜੀ ਨੂੰ 3 ਦਿਨ ਸਖਤ ਤਸੀਹੇ ਦਿੰਦਾ ਰਿਹਾ। ਰੋਜ਼ਾਨਾ ਕਾਜੀ ਜਿਹੜਾ ਸੀ ਉਹਨੂੰ ਇਹ ਕਾਹਲੀ ਲੱਗੀ ਹੋਈ ਸੀ, ਕਿਵੇਂ ਨਾ ਕਿਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਧਰਮ ਤਬਦੀਲ ਕਰਵਾ ਕੇ ਤੇ ਔਰੰਗਜ਼ੇਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ, ਵੱਡੇ ਵੱਡੇ ਰੁਤਬੇ ਪ੍ਰਾਪਤ ਕੀਤੇ ਜਾਣ। 8 ਨਵੰਬਰ ਨੂੰ ਸਰਦਾਰ ਮਹਿੰਦਰ ਸਿੰਘ ਜੀ ਜੋਸ਼ ਜੀ ਨੇ ਬਹੁਤ ਹਵਾਲੇ ਦੇ ਕੇ ਲਿਖਿਆ ਹੈ ਕਿ ਇਹ ਮੁਤੱਸਵੀ ਕਾਜ਼ੀ ਜਿਹੜਾ ਸੀ, ਇਹਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਅਸਹਿ ਤੇ ਅਕਹਿ ਕਸ਼ ਦੇਣ ਦੇ ਲਈ ਇੱਕ ਲੋਹੇ ਦੀ ਲੱਠ ਜਿਹੜੀ ਸੀ, ਕਮ ਸੇ ਕਮ 7-8 ਫੁੱਟ ਉੱਚੀ, ਠੋਸ ਲੋਹੇ ਦਾ ਡੰਡਾ, ਇਹ ਅੱਗ ਵਰਗਾ ਲਾਲ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਿੱਠ ਉੱਤੇ ਗਿੱਟਿਆਂ ਤੋਂ ਲੈ ਕੇ ਕੁੰਨੀ ਤੱਕ ਫੇਰਿਆ ਗਿਆ, ਜਿਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਰੀ ਚਮੜੀ ਜਿਹੜੀ ਹੈ ਉਹ ਇਸ ਤਰ੍ਹਾਂ ਉਸ ਰੂਲ ਦੇ ਉੱਤੇ ਚੜ ਗਈ ਜਿਵੇਂ ਇੱਕ ਦੁਕਾਨਦਾਰ ਬਜਾਜ ਕੱਪੜੇ ਨੂੰ ਰੂਲ ਦੇ ਉੱਤੇ ਚੜਾ ਦਿੰਦਾ ਹੈ,
पर धन गुरु तेग बहादुर जी महाराज बांह जिन्हां दी पकड़िए सिर दीजै बांह ना छोड़िए दे उस अपने कीते हुए वायदे ते पक्के रहे और उन्हां दी कोई शर्त नूं प्रवान नहीं कीता। अंत 10 11 9 10 11 ਇਹ ਅਕਹਿ ਤੇ ਅਸਹਿ ਕਸ਼ਟ ਦੇਣ ਦਾ ਸਮਾਂ ਸੀ। 11 ਨਵੰਬਰ 1675 ਨੂੰ ਸ਼ੈਤਾਨ ਦਿਮਾਗ ਕਾਜੀ ਨੂੰ ਇੱਕ ਤਰਕੀਬ ਸੁਝੀ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਡਰਾਉਣ ਦੇ ਲਈ ਪਹਿਲਾਂ ਇਹਨਾਂ ਦੇ ਸਾਥੀਆਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ। ਔਰ ਕਹਿੰਦੇ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਾਹਮਣੇ ਕੈਦ ਦੇ ਵਿੱਚੋਂ ਕੱਢ ਕੇ ਜੋ ਅਸਹਿ ਤੇ ਅਕਹਿ ਤਸੀਹੇ ਦਿੱਤੇ ਉਹ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਭਾਈ ਮਤੀ ਦਾਸ ਜੀ ਨੂੰ ਪੁੱਛ ਕੀਤੀ ਸੀ ਕੋਈ ਅੰਤਮ ਖਾਹਿਸ਼, ਤੇ ਉਹ ਭਾਈ ਮਤੀ ਦਾਸ ਜੀ ਨੇ ਅੰਤਮ ਖਾਹਿਸ਼ ਇਹੀ ਦੱਸੀ ਸੀ, ਜਦੋਂ ਮੇਰੇ ਸੀਸ ਤੇ ਆਰਾ ਫੇਰਿਆ ਜਾਵੇ ਮੇਰਾ ਮੂੰਹ ਮੇਰੇ ਗੁਰੂ ਦੇ ਪਿੰਜਰੇ ਵੱਲ ਹੋਵੇ। ਕਿੱਡੀ ਵੱਡੀ ਗੱਲ ਹੈ ਸਾਧ ਸੰਗਤ। ਜ਼ਾਲਮ ਹੋਰ ਖੁਸ਼ ਹੋ ਗਿਆ ਕਿ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਦਹਿਸ਼ਤ ਪਾਉਣ ਦੇ ਲਈ ਇਹਦੇ ਨਾਲ ਵਧੀਆ ਹੋਰ ਕਾਰਨਾਮਾ ਕੀ ਹੋ ਸਕਦਾ ਹੈ। ਤੇ ਭਾਈ ਮਤੀ ਦਾਸ ਜੀ ਨੂੰ ਫੱਟਿਆਂ ਦੇ ਵਿੱਚ ਬੰਨ੍ਹ ਕੇ ਆਰਾ ਪਿਆਰਾ ਲਗਤਾ ਹੈ ਕਾਰਾ ਕਹੋਂ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਮਤੀ ਦਾਸ ਜੀ ਨੂੰ ਦੋ ਫਾੜ ਫਰਕ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਤੇਗ ਦੇ ਵਿੱਚ ਉਬਾਲ ਕੇ ਆਲੂ ਵਾਂਗ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀ ਰੂਹ ਵਿੱਚ ਸਾੜ ਕੇ ਜਿਉਂਦੇ ਜੀ ਵੀਰਵਾਰ ਦੇ ਦਿਨ ਨੂੰ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਔਰ ਤਿੰਨਾਂ ਨੂੰ ਸ਼ਹੀਦ ਕਰ ਦਿੱਤਾ। ਪਰ ਉਹ ਧੰਨ ਗੁਰੂ ਦੇ ਸਿੱਖ ਜਿਨ੍ਹਾਂ ਨੇ ਆਪਣੇ ਗੁਰੂ ਤੋਂ ਬੇਮੁਖ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਈ ਸਾਹਿਬ ਭਾਈ ਸਤੀ ਦਾਸ ਜਦੋਂ ਜਿਉਂਦੇ ਜੀ ਅੱਗ ਲਾਈ ਗਈ, ਕਹਿੰਦੇ ਨੇ ਜਮਨਾ ਦੇ ਕੰਢੇ ਉੱਤੇ ਖੜੇ ਸਨ, ਉਹਨਾਂ ਨੇ ਪਾਣੀ ਵੱਲ ਨੂੰ ਡਿੱਗਣ ਦੀ ਬਜਾਏ ਆਪਣਾ ਆਪ ਸੰਭਾਲ ਕੇ ਅਗਲੇ ਪਾਸੇ ਨੂੰ ਡਿੱਗੇ ਨੇ ਤਾਂ ਕਿ ਜ਼ਾਲਮ ਨੂੰ ਪਤਾ ਲੱਗ ਜਾਵੇ ਕਿ ਰੱਬ ਦੀ ਹੋਂਦ ਦਰਸਾਉਣ ਲਈ ਤੇ ਸੱਚ ਦੀ ਖਾਤਰ ਕਿਤਨੀ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦੇ ਲਈ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਹਾਜ਼ਰ ਸਨ। ਇਹ ਯਾਦ ਰੱਖਣਾ, ਪ੍ਰਿੰਸੀਪਲ ਸੁਖਬੀਰ ਸਿੰਘ ਸੁਣਾਉਂਦੇ ਹੁੰਦੇ ਸਨ ਕਿ ਅਸੀਂ ਅਦੁੱਤੀ ਸ਼ਹਾਦਤ, ਲਾਸਾਨੀ ਸ਼ਹਾਦਤ ਕਿਉਂ ਕਹਿੰਦੇ ਆ। ਉਹ ਉਦਾਹਰਨ ਦਿੰਦੇ ਸੀ ਚੰਡੀਗੜ੍ਹ ਦੇ ਵਿੱਚ 13 ਸੈਕਟਰ ਨਹੀਂ, ਕਿਉਂਕਿ ਚੰਡੀਗੜ੍ਹ ਦਾ ਨਕਸ਼ਾ ਕਿਸੇ ਈਸਾਈ ਨੇ ਬਣਾਇਆ ਸੀ। ਈਸਾਈ ਮਤ ਦੇ ਵਿੱਚ ਕਹਿੰਦੇ ਨੇ 13 ਅੰਕ ਨੂੰ ਮਾੜਾ ਸਮਝਿਆ ਜਾਂਦਾ, ਕਿਉਂਕਿ ਜਦੋਂ ਈਸਾ ਜੀ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਉਹਨਾਂ ਦੇ ਨਾਲ ਦੇ 12 ਸਾਥੀ ਜਿਹੜੇ ਸੀ ਉਹ ਆਪਣੀ ਜਾਨ ਬਚਾ ਕੇ ਉਹਨਾਂ ਤੋਂ ਬੇਮੁਖ ਹੋ ਗਏ ਔਰ 13 ਅੰਕ ਜਿਹੜਾ ਸੀ ਫਿਰ ਮੈਂ ਕੇਵਲ ਤੇ ਕੇਵਲ ਈਸਾ ਜੀ ਮਸੀਹ ਨੂੰ। ਉਦੋਂ ਤੋਂ ਹੀ 13 ਅੰਕ ਨੂੰ ਮਾੜਾ ਮੰਨਿਆ ਜਾਂਦਾ ਹੈ। ਜਿੱਦਾਂ ਹਿੰਦੁਸਤਾਨ ਦੇ ਵਿੱਚ ਸਾਡੇ ਗੁਆਂਢੀ ਮਤ ਵਾਲੇ 3 ਅੰਕ ਨੂੰ ਮਾੜਾ ਸਮਝਦੇ ਨੇ, ਤੇ ਉਹ 13 ਅੰਕ ਤਾਂ ਹੀ ਨਹੀਂ ਬਣਿਆ ਸੈਕਟਰ ਉਸ ਵੇਲੇ ਕਿਉਂਕਿ ਉਹ ਈਸਾਈ ਪਾਦਰੀ ਵੱਲੋਂ, ਈਸਾਈ ਧਰਮ ਨੂੰ ਮੰਨਣ ਵਾਲੇ ਵੱਲੋਂ ਨਕਸ਼ਾ ਤਿਆਰ ਕੀਤਾ ਗਿਆ ਸੀ। ਅੰਤ 11 ਨਵੰਬਰ 1675 ਆਇਆ। ਕਾਜ਼ੀ ਨੇ ਫਤਵਾ ਸੁਣਾ ਦਿੱਤਾ ਕਿ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਧੜ ਸੀਸ ਤੋਂ ਵੱਖ ਕਰ ਦਿੱਤਾ ਜਾਵੇ ਤੇ 4 ਟੁਕੜੇ ਕਰਕੇ ਦਿੱਲੀ ਦੇ ਚਾਰੇ ਦਰਵਾਜ਼ੇ, ਦਿੱਲੀ ਦਰਵਾਜ਼ਾ, ਅਜਮੇਰੀ ਦਰਵਾਜ਼ਾ, ਲਾਹੌਰੀ ਦਰਵਾਜ਼ਾ ਅਤੇ ਕਸ਼ਮੀਰੀ ਦਰਵਾਜ਼ੇ ਦੇ ਉੱਤੇ ਟੰਗ ਦਿੱਤੇ ਜਾਣ। ਦਿੱਲੀ ਦੇ ਚਾਂਦਨੀ ਚੌਂਕ ਤੇ ਪਿੱਪਲ ਹੇਠਾਂ ਇੱਕ ਉੱਚਾ ਥੜਾ ਬਣਾਇਆ ਗਿਆ ਤੇ ਗੁਰੂ ਜੀ ਨੂੰ ਪਿੰਜਰੇ ਤੋਂ ਬਾਹਰ ਕੱਢ ਕੇ ਉਸ ਥੜੇ ਦੇ ਉੱਤੇ ਬਿਠਾ ਦਿੱਤਾ ਗਿਆ। ਬੜੇ ਸਵਾਲ ਜਵਾਬ ਹੋਏ, ਕੁੱਲ ਦਿੱਲੀ ਦੇ ਤਮਾਸ਼ਬੀਨ ਇਕੱਠੇ ਹੋਏ ਪਏ ਸਨ। ਅੰਤ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਾਹਮਣੇ ਬਹਿ ਕੇ ਜਲਾਲੁਦੀਨ ਆਪਣੀ ਤਲਵਾਰ ਤਿੱਖੀ ਕਰਨ ਲੱਗ ਪਿਆ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਤੇ ਜਿਉਂ ਹੀ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਮੁਖਾਰਬਿੰਦ ਤੋਂ ਸਿਰ ਝੁਕਦੇ ਸਾਰ ਇਹ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬਚਨ ਨਿਕਲੇ ਹਨ ਕਿ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਰਾ ਕਰਦੀ ਤਲਵਾਰ ਚੱਲੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਧੜ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ। तेग बहादुर के चलत पहो जगत को शोक,
है सब जग भय, जय 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 सुरलोक। धन गुरु तेग बहादुर जी महाराज, धन गुरु गोबिंद सिंह जी महाराज जी बनाई हुई नीति के मुताबिक दूरंदेशी सतगुरु जी ने पहला ही भाई जैता जी, भाई गुरदत्ता जी, भाई उदा जी और अनेकों सिखां की ड्यूटी ला दी गई सी कि किवें शरीर की संभाल करनी ते किवें जिहड़ा है वो सीस की संभाल करनी। सो भाई जैता जी अपने साथियों समेत भेस बदल के सफाई सेवादार के रूप दे विच उस चांदनी चौक दे विच एक बाल्टी ते झाड़ू लैके खड़े हुए सन। भेस बदलिया होया सी। डॉक्टर हरी राम गुप्ता लिखते ने कि भाई जैता जी ने सफाई के बहाने सेवादार के रूप में पहला तिना ही शहीद सिंघां दियां भाई मतीदास, भाई सतीदास, भाई दयाला जी के शरीर नूं सांभिया, उत्थे दी सफाई की और जमुना दरिया दे विच उन्हां दे वख-वख अंगां नूं इकट्ठे करके उन्हां दा अंतम जिहड़ा सी ओह मर्यादा पूरी करके सारे शरीर की संभाल की। ते फिर धन गुरु तेग बहादुर जी महाराज का सीस, क्योंकि विस्तार विच जाण दा समा नहीं, मैं सिक्ख्या वाल ही आना चाहना हाँ छेती तो छेती। भाई लखी शाह बंजारा अज दे अडानी अबानी ते अदानियां नालों भी कहंदे ने वड्डे बहुत वड्डे उस वेले दे वो धनवान सिख सन, जिन्हां ने अपने घर नूं जाके भाई लखी शाह बंजारे ने जिथे गुरुद्वारा रकाबगंज साहिब है अपने बैडरूम दे विच अपने गैसट हाउस दे विच जाके घर का सारा समान इकट्ठे करके तड़के से धन गुरु तेग बहादुर जी ने पावन शीश का संस्कार कर दिता। ते भाई साहब भाई जैता जी धन गुरु तेग बहादुर जी महाराज के शीश नूं लैके दिल्ली तो चाले पाए। उन्होंने रास्ते च 5 पड़ाव किए ने और 5वां पड़ाव जिहड़ा सी 16 नवंबर सन 1675 नूं जिथे गुरुद्वारा बीवानगढ़ कीरत साहिब विखे धन गुरु तेग बहादुर जी महाराज का शीश उत्थे लिया के रखिया सी और उस पावन स्थान तो अनंदपुर साहिब सुनेहा भेजिया। धन गुरु गोबिंद सिंह जी महाराज, माता गुजरी जी, माता नानकी जी ते सारा गुरु परिवार हजारों संगतां समेत 16 नवंबर नूं कीरतपुर साहिब तो चल के आनंदपुर साहिब लै गए हैं शीश नूं ते 17 नवंबर गुरुद्वारा शीशगंज साहिब विखे धन गुरु तेग बहादुर जी महाराज का जिथे संस्कार किया गया शीश का, उत्थे गुरुद्वारा शीशगंज साहिब, एक शीशगंज साहिब दिल्ली चांदनी चौक, गंज मैंने हुंदा खजाना ते सिरां दा गंज, सिर देण वालियां दा खजाना जिहड़ा सी ਉਹ ਸਿੱਖਾਂ ਦੇ ਕੋਲ ਇਹ 2 ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਨ। ਸੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਿੱਥੇ ਸੀਸ ਦਾ ਸੰਸਕਾਰ ਕੀਤਾ, ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਹੈ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਵਿਰਲਾਪ ਕਰ ਰਹੀਆਂ ਸੰਗਤਾਂ ਨੂੰ ਤਰਾਸ ਦਿੰਦੇ ਹੋਏ, ਉਹਨਾਂ ਦੇ ਹੌਸਲੇ ਬੁਲੰਦ ਕਰਦੇ ਹੋਏ ਆਖਿਆ ਸੀ ਕਿ ਜ਼ੁਲਮੋ ਸਿਤਮ ਦੀ ਇੰਤਹਾ ਹੋ ਚੁੱਕੀ ਹੈ, ਜ਼ਬਰ ਦਾ ਸਬਰ ਨਾਲ ਜੰਗ ਜਿਹੜਾ ਹੁਣ ਖਤਮ ਕੀਤਾ ਜਾਵੇਗਾ, ਹੁਣ ਜ਼ਬਰ ਦਾ ਮੁਕਾਬਲਾ ਤਲਵਾਰ ਦੇ ਨਾਲ ਕਰਨ ਲਈ ਤਿਆਰ ਹੋ ਜਾਓ। सतगुरु जी ने उसे ही स्थान तो ऐलान कर दिता सी कि जब हमारे दर्शन को आवो, हो इस चेतन शस्त्र सजावो, कमर कसा कर दे हो दिखाई, हमारी खुशी हुई अधिकाई। पूरे 24 साल बाद सतगुरु जी की शहादत रंग ले आई और तख्त श्री केसगढ़ साहिब जी की पावन धरती ते खालसा पंथ की सिरजना की गई। जो उपदेश गुरु नानक पातशाह ने 239 साल पहला दिता सी, जो तो प्रेम खेलन का चाहो, सिर धर तली गली मेरी आओ, इस मार्ग पैर भरीजै, सिर दीजै कान न कीजै। ऐसे महान सतगुरु धन गुरु तेग बहादुर जी महाराज जी शहादत दे विचों जिवें अंग्रेज इतिहासकार ने लिखिया सी कि फोनिक्स पंछी की उदाहरण दे के, फोनिक्स पंछी आप ही अपनियां लकड़ां करदा है इकट्ठियां ते आप ही उन्होंने अग लग जाती, आप ही अपना संस्कार करके फिर उसकी स्वाह दे विचों एक होर पंछी निकलता है जो फिर मुड़ के ब्रह्मंड दे विच उडारियां लाना शुरू कर दिंदा है। उस तरह खालसा पंथ की सिरजना धन गुरु तेग बहादुर जी महाराज की शहादत के विचों हुई। खालसा रूपी पंछी बाजदी नहीं आई इस वेले गगन मंडल दे विच लहरांदा होया पिछले 3 साल तो इतिहास के हिंदुस्तान के इतिहास की धारा नूं बदलदा जा रहा है।
ऐसे महान सतगुरु धन गुरु तेग बहादुर जी महाराज जी लासानी शहादत ने हिंदुस्तान के इतिहास की धारा बदल के रख दी। क्योंकि ਪੁੱਛਿਆ ਸੀ 11 ਨਵੰਬਰ ਸੰਨ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਔਰੰਗਜ਼ੇਬ ਦੇ ਸ਼ਾਹੀ ਕਾਜ਼ੀ ਅਬਦੁਲ ਵਹਾਬ ਹੋਰਾਂ ਨੇ ਇਹ ਗੱਲ ਪੁੱਛੀ ਸੀ, ਸਤਿਗੁਰੂ ਤੇਗ ਬਹਾਦਰ ਜੀ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਪਹਿਲੇ ਜਾਮੇ ਦੇ ਵਿੱਚ ਤੁਹਾਨੂੰ ਸਾਰੀ ਬਰਾਦਰੀ ਕਹਿ ਰਹੀ ਸੀ ਕਿ ਜੰਜੂ ਪਾ ਲਵੋ, ਜੰਜੂ ਪਾ ਲਵੋ, ਉਦੋਂ ਤੁਸੀਂ ਪਾਇਆ ਨਹੀਂ ਤੇ ਹੁਣ ਅਸੀਂ ਤੁਹਾਡੀ ਮਦਦ ਕਰਨ ਲੱਗੇ ਹਾਂ। ਜੰਜੂ ਲਾ ਕੇ ਕੇਵਲ ਤੁਹਾਡੀ ਗੱਲ ਨੂੰ ਮਾਨਤਾ ਦੇ ਰਹੇ ਹਾਂ ਤੇ ਹੁਣ ਤੁਸੀਂ ਫੇਰ ਅੜ ਗਏ ਹੋ ਕਿ ਮੈਂ ਜੰਜੂ ਲਾਣ ਨਹੀਂ ਦੇਣਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਖਿਆ ਸੀ, ਕਾਜੀ ਸਾਹਿਬ ਉਦੋਂ ਜਬਰੀ ਜੰਜੂ ਪਾਇਆ ਜਾਂਦਾ ਸੀ, ਮੈਂ ਪਾਣ ਨਹੀਂ ਦਿੱਤਾ, ਹੁਣ ਤੁਸੀਂ ਜਬਰੀ ਲਾ ਰਹੇ ਹੋ, ਮੈਂ ਲਾਣ ਨਹੀਂ ਦੇਣਾ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਘਰ ਕਿਸੇ ਧਰਮ ਦੇ, ਕਿਸੇ ਮਜ਼ਹਬ ਦੇ, ਕਿਸੇ ਕੌਮ ਦੇ, ਕਿਸੇ ਇਨਸਾਫ ਦੇ ਖਿਲਾਫ ਨਹੀਂ, ਕੇਵਲ ਤੇ ਕੇਵਲ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੈ। ਇਸ ਲਈ ਇਹ ਜ਼ਬਰ ਤੇ ਜ਼ੁਲਮ ਜਿਹੜਾ ਹੈ ਹੁਣ ਇਸ ਧਰਤੀ ਤੇ ਨਹੀਂ ਚੱਲ ਸਕਦਾ। ਠੀਕ ਸਾਡੇ ਸਾਹਿਤ ਦੇ ਵਿੱਚ ਲਿਖਿਆ ਹੈ, ਤਿਲਕ ਜੰਜੂ ਰਾਖਾ ਪ੍ਰਭ ਸੰਖਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ। ਇਤੀ ਦਾ ਮਤਲਬ ਇੰਤਹਾ ਕਰ ਦਿੱਤੀ, ਸੀਸ ਦਿਆ ਪਰ ਸੀ ਨਾ ਉਤਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰੜ ਨਾ ਦਿਆ। ਆ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਾ ਜੋ ਭਾਰਤ ਨਾਮ ਦਾ ਖਿੱਤਾ ਹੈ, ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਸਦਕਾ ਹੀ ਕਾਇਮ ਹੈ। ਨਹੀਂ ਤਾਂ ਵਾਹਗਾ ਬਾਰਡਰ ਤੋਂ ਲੈ ਕੇ ਯੂਰਪ ਦੀਆਂ ਕੰਧਾਂ ਤੱਕ ਹੈਦਰ ਅਲੀ ਦਾ ਝੰਡਾ ਝੂਲਦਾ ਹੈ, ਯਾ ਅਲੀ ਦੇ ਨਾਅਰੇ ਲੱਗਦੇ ਹਨ। ਜੇ ਗੁਰੂ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤਾਂ ਸ਼ਾਇਦ ਭਾਰਤ ਦੇਸ਼ ਦੀ ਹੋਂਦ ਵੀ ਨਾ ਹੁੰਦੀ। ਤਾਂ ਹੀ ਤਾਂ ਪੰਡਿਤ ਮਦਨ ਮੋਹਨ ਮਾਲਵੀਆ ਜੀ ਕਹਿੰਦੇ ਹੁੰਦੇ ਸਨ ਕਿ ਭਾਰਤ ਵਾਸੀਓ ਆਓ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ੁਕਰਗੁਜ਼ਾਰ ਹੋਈਏ। ਜਦੋਂ ਕਿਸੇ ਨੇ ਪੁੱਛ ਕੀਤੀ ਸੀ ਕਿਵੇਂ ਸ਼ੁਕਰਗੁਜ਼ਾਰ ਹੋਇਆ ਜਾ ਸਕਦਾ ਹੈ, ਤਾਂ ਉਹ ਕਹਿਣ ਲੱਗੇ ਸੀ ਕਿ ਗੁਰੂ ਜੀ ਦੇ ਸ਼ੁਕਰਗੁਜ਼ਾਰ ਹੋਣ ਦੇ ਲਈ ਹਰ ਹਿੰਦੂ ਆਪਣੇ ਪਰਿਵਾਰ ਦੇ ਵਿੱਚ ਇੱਕ ਬੱਚਾ ਸਿੱਖ ਬੁਲਾਵੇ ਔਰ ਹਰ ਹਿੰਦੂ ਮੰਦਿਰ ਵਿੱਚ ਜਾ ਕੇ ਟੱਲ ਖੜਕਾਉਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਜੈ ਬੋਲਿਆ ਕਰੇ। ਇਹ ਪੰਡਿਤ ਮਦਨ ਮੋਹਨ ਜੀ ਮਾਲਵੀਆ ਦਾ ਸੱਚ ਅੱਜ ਵੀ ਗੂੰਜਦਾ ਹੈ ਇਤਿਹਾਸ ਦੇ ਵਿੱਚ। ਦਸ਼ਮੇਸ਼ ਪਿਤਾ ਜੀ ਦੇ ਹਜ਼ੂਰੀ ਕਵੀ ਸੈਨਾਪਤੀ ਜੀ ਨੇ ਜੋ ਇਹ ਬਚਨ ਕਹੇ ਸਨ ਕਿ ਧੰਨ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਖਸੀਅਤ ਨੂੰ ਦੇਸ਼, ਧਰਮ ਤੇ ਕੌਮ ਦੀਆਂ ਹੱਦਾਂ ਵਿੱਚ ਨਿਯਤ ਨਹੀਂ ਕੀਤਾ ਜਾ ਸਕਦਾ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰੇਠ ਪੈ ਟਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ, ਸਗਲ ਸ੍ਰੇਸ਼ਟ ਜੰਗ ਕਾ ਜਸ ਭਇਓ, ਤਾਂ ਤੇ ਸਰਬ ਧਰਮ ਬਚਿਓ, ਤੀਨ ਲੋਕ ਮੈਂ ਜੈ ਜੈ ਭਈ, ਸਤਿਗੁਰ ਪੈਜ ਰਾਖ ਹਿਮ ਲਈ, ਤਿਲਕ ਜੰਜੂ ਅਰ ਧਰਮਸ਼ਾਲਾ, ਅਟਲ ਕਰੀ ਗੁਰ ਭਏ ਦਿਆਲਾ। ਇਸ ਲਈ ਸਾਧ ਸੰਗਤ ਅੱਜ ਲੋੜ ਹੈ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤ ਦੂਰ ਨਹੀਂ ਗਏ। ਇਸੇ ਲਈ ਅੱਜ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆਂ ਅਸੀਂ ਇਹਨਾਂ ਸਮਾਗਮਾਂ ਦੇ ਵਿੱਚੋਂ ਸੇਧ ਲੈ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਜੋ ਸਰਬ ਕਲਿਆਣਕਾਰੀ ਵਿਚਾਰਧਾਰਾ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਜੀ ਦੀ ਪਾਵਨ ਵਿਚਾਰਧਾਰਾ ਦਾ ਪਤਾ ਸਾਨੂੰ ਦੀ ਪਾਵਨ ਬਾਣੀ ਤੋਂ ਲੱਗਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 15 ਰਾਗਾਂ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਦਰਜ ਕੀਤੇ ਗਏ ਨੇ। ਪੁਰਾਤਨ ਸੰਪਰਦਾਇ ਸਾਖੀਆਂ ਦੇ ਮੁਤਾਬਕ ਮਹਿਲਾ 10ਵੇਂ ਦਾ ਸ਼ਲੋਕ ਇਹ ਅੱਜ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ। ਪਾਠ ਬਹੁਤ ਸਮਾਗਮ ਭਾਵੇਂ ਪੰਥ ਦੀ ਨੁਮਾਇੰਦਾ ਜਮਾਤ ਦੇ ਨਾਂ ਥੱਲੇ ਹੁੰਦੇ ਹਨ, ਉੱਥੇ ਮਨਮਤ ਚਲਾਈ ਜਾਂਦੀ ਹੈ। ਉਹਦੇ ਪਿੱਛੇ ਭਾਵਨਾ ਕੀ ਹੈ? ਪਰ ਜਦੋਂ ਅਸੀਂ ਇਤਿਹਾਸ ਦੀ ਕਸਵੱਟੀ, ਗੁਰਬਾਣੀ ਦੀ ਕਸਵੱਟੀ ਤੇ ਇਹ ਗੱਲਾਂ ਲਾ ਕੇ ਦੇਖੀਏ ਤਾਂ ਇਹ ਗੱਲ ਜਿਹੜੀ ਹੈ ਉਹ ਸਹੀ ਸਾਬਤ ਨਹੀਂ ਹੁੰਦੀ। ਖੈਰ, ਪ੍ਰੋਫੈਸਰ ਕਾਰਲਾਇਲ ਜੀ ਦੁਨੀਆ ਦੇ ਮੰਨੇ ਹੋਏ ਫਿਲਾਸਫਰ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਮਹਾਂਪੁਰਸ਼ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਦੀ ਬਾਣੀ ਦੇ ਵਿੱਚੋਂ, ਉਹਦੀ ਰਚਨਾ ਦੇ ਵਿੱਚੋਂ ਉਹਦੇ ਆਤਮਿਕ ਦਰਸ਼ਨ ਹੁੰਦੇ ਹਨ। ਤੇ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਮਨੁੱਖਤਾ ਨੂੰ ਜੀਵਨ ਦੇ ਹਰ ਪਹਿਲੂ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਸੇਧ ਦਿੰਦੀ ਹੈ। ਅੱਜ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਬੈਰਾਗਮਈ। ਮੈਂ ਤਾਂ ਹੈਰਾਨ ਹੋਇਆ, ਇੱਕ ਪ੍ਰਚਾਰਕ ਤੇ ਬਹੁਤ ਸੋਹਣਾ
ਬੋਲਦਾ ਅੰਤ ਵਿੱਚ ਉਹ ਕਹਿ ਗਿਆ ਜੀ ਧੰਨ ਗੁਰੂ ਤੇਗ ਬਹਾਦਰ ਜੀ ਸਾਰੀ ਜ਼ਿੰਦਗੀ ਹੱਸੇ ਹੀ ਨਹੀਂ, ਕਦੀ ਕਿਸੇ ਨੇ ਹਾਸਾ ਨਹੀਂ ਦੇਖਿਆ ਉਹਨਾਂ ਦੇ ਮੂੰਹ ਤੇ। ਏਦਾਂ ਦੀਆਂ ਊਲ ਜਲੂਲ ਜਿਹੜੀਆਂ ਗੱਲਾਂ ਗੁਰਬਾਣੀ ਤੇ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਸਤਿਗੁਰੂ ਜੀ ਤਾਂ ਆਪਣੇ ਵਿਚਾਰ ਦਿੰਦੇ ਨੇ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਕਿਵੇਂ ਇਤਿਹਾਸ ਖਾਮਖਾ ਘੜਿਆ ਜਾ ਰਿਹਾ ਹੈ, ਜਦ ਕਿ ਬਾਣੀ ਵਿੱਚ ਲਿਖਿਆ ਹਰ ਜਨ ਗੁਣ ਗਾਵਤ ਹੱਸਿਆ। ਵੀ ਪ੍ਰਮਾਤਮਾ ਦਾ ਭਗਤ ਤਾਂ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਉਠਤ ਬੈਠ ਸੋ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ। ਸੋ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਵਿੱਚੋਂ ਆਓ ਕੁਝ ਨੁਕਤੇ ਵਿਚਾਰੀਏ, ਜਿਹੜਾ ਬਾਕੀ ਟਾਈਮ ਰਹਿੰਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ 21ਵੀਂ ਸਦੀ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ। ਤੇ ਜੇ ਪੁੱਛੀਏ ਸਤਿਗੁਰੂ ਜੀ ਅੱਜ ਦੇ ਜ਼ਮਾਨੇ ਵਿੱਚ ਮਨੁੱਖ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਕਹਾਂਦਾ ਹੈ? ਪੜ੍ਹਿਆ ਲਿਖਿਆ ਬੁੱਧੀਜੀਵੀ, ਪ੍ਰੋਫੈਸਰ ਜਾਂ ਗਿਆਨੀ, ਅਸੀਂ ਪੁਰਾਤਨ ਭਾਸ਼ਾ ਵਿੱਚ ਜਾਂ ਸਿੱਖ ਭਾਸ਼ਾ ਵਿੱਚ ਗੱਲ ਕਰ ਲਈਏ ਕੌਣ ਹੈ, ਤਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਵਨ ਬਚਨ ਕਰਦੇ ਹਨ। ਪੈ ਕਾਹੂ ਕੋ ਦੇਤ न भय मानतान, कहो नानक सुनरे मना, ਗਿਆਨੀ ਤਾਹੇ ਵਖਾਣ। ਸ਼ਲੋਕ ਨੰਬਰ 16 ਪੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 1427 ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਵਿਦਵਾਨ, ਪੜ੍ਹਿਆ ਲਿਖਿਆ, ਪ੍ਰੋਫੈਸਰ ਜਾਂ ਗਿਆਨੀ ਉਹ ਹੈ ਜੋ ਨਾ ਆਪ ਕਿਸੇ ਤੋਂ ਡਰਦਾ ਏ ਤੇ ਨਾ ਕਿਸੇ ਨੂੰ ਡਰਾਉਂਦਾ ਏ। ਭਾਵ ਜੀਓ ਅਤੇ ਜੀਣ ਦੇ ਦਾ ਉਪਦੇਸ਼ ਦੇਣ ਵਾਲੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹ ਅਨੋਖੀ ਪਰਿਭਾਸ਼ਾ ਵਿਦਵਾਨਾਂ ਦੀ ਦਿੱਤੀ ਹੈ। ਭਾਈ ਨਾ ਡਰੋ ਨਾ ਡਰਾਓ, ਹਰ ਕਿਸੇ ਨੂੰ ਆਪਣੇ ਧਰਮ, ਆਪਣੀ ਵਿਚਾਰਧਾਰਾ ਮੁਤਾਬਕ ਜ਼ਿੰਦਗੀ ਜਿਉਣ ਦਾ ਹੱਕ ਹੈ। ਔਰ ਪ੍ਰੈਕਟੀਕਲ ਜੀਵਨ ਦੇ ਰਾਹੀਂ ਸਤਿਗੁਰੂ ਜੀ ਨੇ ਇਹ ਦਰਸਾਉਣ ਦੇ ਲਈ ਕਿਸੇ ਹੋਰ ਧਰਮ ਦੇ ਲਈ ਸ਼ਹਾਦਤ ਦਾ ਜਾਮ ਪੀਤਾ। ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਪ੍ਰਭੂ ਜਾਂ ਵਾਹਿਗੁਰੂ ਦਾ ਕੀ ਸੰਕਲਪ ਹੈ, ਜੋ ਗੁਰੂ ਨਾਨਕ ਚੋਥ ਨੇ ਪਹਿਲੇ ਜਾਮੇ ਵਿੱਚ ਕਿਹਾ ਸੀ, ਉਸ ਦੇ ਮੁਤਾਬਕ ਹੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਈ ਵਿਲੱਖਣ ਵਿਚਾਰਧਾਰਾ ਨਹੀਂ ਦਿੰਦੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਉਹਨਾਂ ਤੋਂ ਪਹਿਲਾਂ ਇਸ ਹਿੰਦੁਸਤਾਨ ਦੀ ਧਰਤੀ ਤੇ ਪ੍ਰਮਾਤਮਾ ਨੂੰ ਕਈ ਰੂਪਾਂ ਦੇ ਵਿੱਚ ਚਿਤਵਿਆ ਗਿਆ। ਔਰ ਕਈ ਧਰਮਾਂ ਨੇ, ਲਗਭਗ ਸਾਰੇ ਵੱਡੇ ਧਰਮਾਂ ਨੇ, ਖਾਸ ਕਰਕੇ ਸਾਡੇ ਹਿੰਦੁਸਤਾਨ ਦੀ ਵਿਚਾਰਧਾਰਾ ਨੇ ਤਾਂ ਪ੍ਰਮਾਤਮਾ ਨੂੰ ਇੱਕ ਰਾਜੇ ਦੇ, ਇੱਕ ਬਾਦਸ਼ਾਹ ਦੇ ਰੂਪ ਵਿੱਚ ਚਿਤਵਿਆ ਹੈ। ਬਲਕਿ ਕਹਾਵਤ ਮਸ਼ਹੂਰ ਸੀ ਹਿੰਦੁਸਤਾਨ ਦੀ ਕਿ ਦਿੱਲੀਸ਼ਵਰੋ ਈਸ਼ਵਰੋ, ਭਾਵ ਜੋ ਦਿੱਲੀ ਦਾ ਬਾਦਸ਼ਾਹ ਹੈ ਉਹੀ ਈਸ਼ਵਰ ਹੈ, ਉਹੀ ਪ੍ਰਮਾਤਮਾ ਹੈ। ਔਰ ਇਹੀ ਕਾਰਨ ਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ, ਉਹਨਾਂ ਦੀ ਜੋਤ ਨੇ ਹਿੰਦੁਸਤਾਨ ਦੇ ਧਰਮਾਂ ਵੱਲੋਂ ਰੱਬ ਦੀ ਹੋਂਦ ਦਰਸਾਉਣ ਲਈ ਕੀ ਕੀਤਾ। ਜੁਗਾਂ ਜੁਗਾਂ ਕੇ ਰਾਜੇ ਕੀ ਹੈ, ਗਾਵੇਂ ਕਰ ਅਵਤਾਰੀ, ਤਿਨ ਵੀ ਅੰਤ ਨਾ ਪਾਇਆ ਤਾਕਾ, ਕਿਆ ਕਰ ਆਖ ਵਿਚਾਰੀ। ਜਾਂ 10 ਅਵਤਾਰ ਰਾਜੇ ਹੋਏ ਵਰਤੇ, ਮਹਾਦੇਵ ਅਵਤੂਤਾ, ਤਿਨ ਵੀ ਅੰਤ ਨਾ ਪਾਇਓ ਤੇਰਾ, ਲਾਏ ਥੱਕੇ ਵਿਭੂਤਾ। ਧੰਨ ਗੁਰੂ ਅਰਜਨ ਦੇਵ ਜੀ ਦੇ ਮਸ਼ਹੂਰ ਬਚਨ, ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ। ਬਈ ਉਹ ਮੁਖ ਹੀ ਸੜ ਜਾਵੇ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਪ੍ਰਮਾਤਮਾ ਜੋਨਾਂ ਦੇ ਵਿੱਚ ਆਉਂਦਾ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਪ੍ਰਮਾਤਮਾ ਦੇ 2 ਸਰੂਪ ਦੱਸੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਨਿਰਗੁਣ ਤੇ ਸਰਗੁਣ, ਜਦੋਂ ਨਿਰਗੁਣ ਸਰੂਪ ਦੀ, ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ, ਇਹ ਸਤਿਗੁਰੂ ਜੀ ਦੀ 18ਵੀਂ ਅਸ਼ਟਪਦੀ ਦੇ ਵਿੱਚ ਪੌੜੀ ਨੰਬਰ 8 ਗੁਰੂ ਅਰਜਨ ਪਾਤਸ਼ਾਹ ਦੀ ਪਾਵਨ ਬਾਣੀ ਸੁਖਮਨੀ ਸਾਹਿਬ ਚ ਆਉਂਦਾ ਹੈ। ਸਰਗੁਣ ਰੂਪ ਦੇ ਵਿੱਚ ਜਦੋਂ ਅਸੀਂ ਸਰਗੁਣ ਰੂਪ ਵਿੱਚ ਦੇਖਣਾ ਪਰਮਾਤਮਾ ਨੇ, ਉਹ ਤਾਂ ਜ਼ਰੇ ਜ਼ਰੇ ਵਿੱਚ ਘਟ ਘਟ ਮੈਂ ਹਰਜੂ ਵਸੇ, ਸੰਤਨ ਕਿਉ ਪੁਕਾਰ। ਧੰਨ ਗੁਰੂ ਤੇਗ ਬਹਾਦਰ ਜੀ ਇਹੀ ਬਚਨ ਕਹਿੰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸੋ ਗੁਰਮਤਿ ਵਿੱਚ ਗੁਰੂ ਜੀ ਨੇ ਪ੍ਰਮਾਤਮਾ ਦੀ ਕੋਈ ਮੂਰਤ, ਕੋਈ ਬੁੱਤ, ਸ਼ਕਲ, ਸੂਰਤ ਬਿਆਨ ਨਹੀਂ ਕੀਤੀ, ਸਗੋਂ ਵਾਹਿਗੁਰੂ ਜੀ ਦੇ ਗੁਣਾਂ ਦਾ ਹੀ ਵਰਣਨ ਕੀਤਾ ਹੈ। ਨਿਰਗੁਣ ਸਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਜੋ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਦਿੱਤਾ ਗਿਆ ਹੈ, ਡਾਕਟਰ ਤਾਰਨ ਸਿੰਘ ਜੀ ਲਿਖਦੇ ਨੇ ਕਿ ਡੂੰਘਾਈ ਦੇ ਨਾਲ ਅਰਥ ਕਰੀਏ ਤਾਂ 14 ਗੁਣਾਂ ਦਾ ਬਿਆਨ ਇਸ ਮੂਲ ਮੰਤਰ ਦੇ ਵਿੱਚ ਕੀਤਾ ਹੈ। ਮਨੁੱਖ ਨੇ ਇਹਨਾਂ ਗੁਣਾਂ ਦਾ ਸਿਮਰਨ ਕਰਦਿਆਂ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ
ਗੁਣ ਕਹਿ ਗੁਣੀ ਸਮਾਵਣਿਆ। ਇਹ ਪ੍ਰਮਾਤਮਾ ਵਰਗਾ ਸੁਭਾਅ ਦਾ ਮਾਲਕ ਜਿਉਂਦੇ ਜੀ ਬਣਨਾ ਹੈ। ਇਸ ਲਈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਨ ਕਿ ਉਹ ਪ੍ਰਮਾਤਮਾ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਰਚਨਹਾਰ ਉਹ ਪ੍ਰਮਾਤਮਾ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੇ ਅਸਤਰ ਮਾਨੇ, ਆਚਾਰਜ ਲਖਿਓ ਨਾ ਜਾਈ। ਇੱਕ ਹੋਰ ਜਗ੍ਹਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜੇ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਣ। ਵੀ ਸ੍ਰਿਸ਼ਟੀ ਦਾ ਕਰਤਾ, ਮਨੁੱਖਤਾ ਨੂੰ ਪੈਦਾ ਕਰਨ ਵਾਲਾ, ਸਾਰੀ ਕੁਦਰਤ ਨੂੰ ਪੈਦਾ ਕਰਨ ਵਾਲਾ ਉਹ ਪਰਿਪੂਰਨ ਪ੍ਰਮਾਤਮਾ ਘਟ ਘਟ ਵਿੱਚ ਰਮਿਆ ਹੋਇਆ ਹੈ। ਜੇ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਇਸੇ ਤਰ੍ਹਾਂ ਵਾਹਿਗੁਰੂ ਜ਼ਰੇ ਜ਼ਰੇ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ। ਉਹ ਪਮੱਧ ਜਿਉ ਵਾਸ ਵਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਵਸੇ ਨਿਰੰਤਰ, ਘਟ ਹੀ ਖੋਜੋ ਪਾਈ। ਵੀ ਉਸ ਪ੍ਰਮਾਤਮਾ ਨੂੰ ਜੰਗਲਾਂ ਵਿੱਚ ਜਾ ਕੇ ਨਾ ਲੱਭੋ, ਉਹ ਤਾਂ ਤੁਹਾਡੇ ਹਿਰਦੇ ਦੇ ਵਿੱਚ ਹੈ। ਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ। ਸੋ ਪ੍ਰਭੂ ਰਾਜਿਆਂ ਨੂੰ ਕੰਗਾਲ ਐਨਾ ਸਮਰੱਥਾ ਵਾਲਾ ਹੈ ਤੇ ਕੰਗਾਲਾਂ ਨੂੰ ਰਾਜੇ ਬਣਾ ਦਿੰਦਾ ਹੈ। ਜਿਨ ਮੈਂ ਰਹੋ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ। ਰੀਤੇ ਮੈਨੂੰ ਹੁੰਦੇ ਖਾਲੀ, ਖਾਲੀਆਂ ਨੂੰ ਭਰ ਦਿੰਦਾ ਹੈ। ਰੀਤੇ ਭਰੇ ਭਰੇ ਸੁਖਨਾਵੇ, ਜੇ ਤਾਕੋ ਵਿਵਹਾਰੇ। ਵਾਹਿਗੁਰੂ ਦਾਤਾ ਹੈ, ਬਾਕੀ ਸਾਰੇ ਭਿਖਾਰੀ ਹਨ। ਜਗਤ ਭਿਖਾਰੀ ਫਿਰਤ ਹੈ, ਸਭ ਤੋਂ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤਿ, ਪੂਰਨ ਹੋਵੇ ਕਾਮ। ਸੋ ਗੁਰੂ ਤੇਗ ਬਹਾਦਰ ਜੀ ਪੂਰਨ ਹੋਵੇ ਕਾਮ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਗੁਰੂ ਦਾ ਸੰਕਲਪ ਕੀ ਹੈ? ਕਿਉਂਕਿ ਗੁਰੂ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਹਦਾ ਸੰਖੇਪ ਅਰਥ ਕਰ ਲਈਏ ਕਿ ਹਨੇਰੇ ਤੋਂ ਪ੍ਰਕਾਸ਼ ਵਿੱਚ ਲਿਆਉਣ ਵਾਲੀ ਹਸਤੀ। ਸੋ ਜਦੋਂ ਪਰਮਾਤਮਾ ਨੇ ਆਪਣਾ ਸੰਪੂਰਨ ਪ੍ਰਕਾਸ਼ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਆ, ਅਜਿਹੇ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਗੁਰੂ ਦੀ ਪ੍ਰਾਪਤੀ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਸੀ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨ ਕੋਈ ਜੀਓ, ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇਹ ਪਾਰ ਬ੍ਰਹਮ ਪਰਮੇਸ਼ਰ ਅਤੇ ਗੁਰੂ ਵਿੱਚ ਕੋਈ ਅੰਤਰ ਨਹੀਂ। ਪਰ ਸਿੱਖ ਧਰਮ ਵਿੱਚ ਦੇਹ ਨੂੰ ਗੁਰੂ ਨਹੀਂ ਮੰਨਿਆ, ਸਗੋਂ ਸ਼ਬਦ ਨੂੰ ਹੀ ਗੁਰੂ ਮੰਨਿਆ ਗਿਆ ਹੈ। ਕਿਉਂਕਿ ਸ਼ਬਦ ਸਦੀਵੀ ਕਾਇਮ ਹੈ, ਸਦੀਵੀ ਰਹਿਣ ਵਾਲਾ। ਸ੍ਰਿਸ਼ਟੀ ਤੋਂ ਪਹਿਲਾਂ ਵੀ ਸੀ, ਸ੍ਰਿਸ਼ਟੀ ਤੋਂ ਬਾਅਦ ਵੀ ਸੀ। 550 ਸਾਲ ਪਹਿਲਾਂ ਵੀ ਸਾਡਾ ਗੁਰੂ ਹਾਜ਼ਰ ਨਾਜ਼ਰ ਸੀ, ਤੇ 313 ਸਾਲ ਪਹਿਲਾਂ ਜਦੋਂ ਗੁਰਗੱਦੀ ਤੇ ਵਿਰਾਜਮਾਨ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਕਿਹਾ, ਉਦੋਂ ਵੀ ਕਾਇਮ ਸੀ ਤੇ ਅੱਜ ਵੀ ਕਾਇਮ ਹੈ। ਆਉਣ ਵਾਲੇ ਸਮੇਂ ਦੇ ਵਾਸਤੇ ਹਮੇਸ਼ਾ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਗੁਰੂ ਨਾਨਕ ਜੋਤ ਦਾ ਉਪਦੇਸ਼ ਹੈ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਵਾਏ। ਉਹ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਲਈ ਸਾਡੇ ਗੁਰੂ ਨੇ ਹਮੇਸ਼ਾ ਕਾਇਮ ਰਹਿਣਾ, ਉਹ ਗੁਰੂ ਹੈ ਸ਼ਬਦ ਗੁਰੂ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਬਚਨ ਪੜ੍ਹੀਏ ਬਾਣੀ ਦੇ ਵਿੱਚੋਂ, ਤਾਂ ਸੱਚੇ ਪਾਤਸ਼ਾਹ ਵੀ ਸ਼ਬਦ ਗੁਰੂ ਵੱਲ ਉਪਦੇਸ਼, ਗਿਆਨ, ਸ਼ਬਦ ਸਮਰਥਕ ਲਫ਼ਜ਼ ਹਨ। ਸਤਿਗੁਰੂ ਜੀ ਕਹਿੰਦੇ ਨੇ, ਮਨ ਰੇ ਗਇਓ ਨਾ ਗੁਰੂ ਉਪਦੇਸ਼, ਕਹਾਂ ਭਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਵੇ ਭੇਸ। ਇਸ ਪਾਵਨ ਪ੍ਰਮਾਣ ਦੇ ਵਿੱਚੋਂ ਸਾਨੂੰ ਉਹੀ ਵਿਚਾਰਧਾਰਾ ਜਿਹੜੀ ਗੁਰੂ ਰਾਮਦਾਸ ਜੀ ਨੇ ਕਹੀ ਸੀ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਐਸੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਮਿਲਾਪ ਅਤੇ ਮੁਕਤੀ ਪ੍ਰਾਪਤ ਹੋ ਸਕਦੀ ਹੈ। ਸਤਿਗੁਰੂ ਜੀ ਦੀ ਆਪਣੀ ਬਾਣੀ ਵਿੱਚ ਗੁਰੂ ਦੀ ਮਹਾਨਤਾ ਬਾਰੇ ਦੱਸਦੇ ਹਨ ਕਿ ਗੁਰੂ ਤੋਂ ਬਿਨਾਂ ਪ੍ਰਭੂ ਮਿਲਾਪ ਹਾਸਲ ਹੀ ਨਹੀਂ ਹੋ ਸਕਦਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਧਰਮ ਦਾ ਸੰਕਲਪ ਕੀ ਹੈ? ਆਓ ਇਸ ਗੱਲ ਨੂੰ ਵੀ ਸਮਝੀਏ। ਧਰਮ ਕੀ ਹੈ? ਧਰਮ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਔਰ ਸੰਸਕ੍ਰਿਤ ਕੋਸ਼ ਵਿੱਚ ਧਰਮ ਦੇ 108 ਅਰਥ ਕੀਤੇ ਗਏ ਹਨ। ਦਾਨ, ਪੁੰਨ, ਨੇਕੀ, ਮਤ, ਮਜ਼ਹਬ ਅਤੇ ਧਰਮ ਆਦਿ ਇਹ ਸਮਰਥਕ ਲਫ਼ਜ਼ ਹਨ। 108 ਅਰਥ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਜ਼ਿੰਦਗੀ ਜਿਉਣ ਦੇ ਸਭ ਤੋਂ ਵਧੀਆ ਤਰੀਕੇ ਨੂੰ ਧਰਮ ਆਖਿਆ।
ਅਵਤਾਰਵਾਦੀ ਵਿਚਾਰਧਾਰਾ ਨੇ ਮਨੁੱਖਤਾ ਦਾ ਧਰਮ ਵੀ ਵੰਡ ਦਿੱਤਾ ਸੀ, ਜਿਵੇਂ ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼, ਦਾਸ, ਦੇਵਤੇ, ਰਾਖਸ਼ ਆਦਿ ਵਰਗਾਂ ਵਿੱਚ ਮਨੁੱਖਤਾ ਨੂੰ ਵੰਡ ਕੇ ਧਰਮ ਦੇ ਨਾਂ ਤੇ ਮਨੁੱਖਤਾ ਵਿੱਚ ਨਫ਼ਰਤ ਪੈਦਾ ਕੀਤੀ, ਵੰਡੀਆਂ ਪਾਤੀਆਂ। ਪੈਗੰਬਰਵਾਦੀ ਵਿਚਾਰਧਾਰਾ ਨੇ ਵੀ ਧਰਮ ਨੂੰ ਮੋਮਨ, ਕਾਫਰ, ਸ਼ੈਤਾਨ, ਫਰਿਸ਼ਤੇ ਆਦਿ ਵੱਖ-ਵੱਖ ਵਰਗਾਂ ਵਿੱਚ ਧਰਮ ਦੇ ਨਾਂ ਤੇ ਮਨੁੱਖਤਾ ਨੂੰ ਵੰਡਿਆ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਤਾ ਦਾ ਸਰਬ ਸਾਂਝਾ ਧਰਮ ਆਪਣੀ ਬਾਣੀ 'ਚ ਬਿਆਨ ਕੀਤਾ। ਇੱਕੋ ਧਰਮ ਦ੍ਰਿੜ੍ਹ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਵੀ ਇੱਕੋ ਇੱਕ ਮਨੁੱਖਤਾ ਦਾ ਧਰਮ ਹੈ ਕਿ ਉਹ ਸੱਚ ਨਾਲ, ਸੱਚੇ ਪਰਮੇਸ਼ਰ ਨਾਲ, ਸੱਚੇ ਨਾਮ ਨਾਲ ਜੁੜੇ। ਸਾਰੀ ਮਨੁੱਖਤਾ ਦਾ ਇੱਕੋ ਇੱਕ ਸਰਬ ਸਾਂਝਾ ਧਰਮ। ਗੁਰੂ ਅਰਜਨ ਦੇਵ ਜੀ ਨੇ ਸਰਬ ਧਰਮ ਮੈਂ ਸ੍ਰੇਸ਼ਠ ਧਰਮ ਹਰਿ ਕੋ ਨਾਮ, ਜਪ ਨਿਰਮਲ ਕਰਮ। ਪਰਮਾਤਮਾ ਦੀ ਯਾਦ ਤੇ ਨੇਕ ਕੰਮ ਕਰਨ ਨੂੰ ਹੀ ਮਨੁੱਖਤਾ ਦਾ ਸਰਬ ਸਾਂਝਾ ਧਰਮ ਦੱਸਿਆ। ਪਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਐਸੇ ਵਿਚਾਰ ਦਿੰਦੇ ਹੋਏ ਆਪਣੀ ਬਾਣੀ 'ਚ ਫਰਮਾਉਂਦੇ ਹਨ, ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਹੇ ਜਪੇ ਗਤ ਪਾਵੇ, ਔਰ ਧਰਮ ਤਾਂਕੇ ਸਮ ਨਾਹਿਨ, ਇਹ ਵਿਦ ਵੇਦ ਬਤਾਵੇ। ਵਿਗਿਆਨ ਦੀਆਂ ਪੁਸਤਕਾਂ ਤਾਂ ਇਹੀ ਦੱਸਦੀਆਂ ਨੇ ਕਿ ਸਾਰੇ ਧਰਮਾਂ ਦਾ ਇੱਕੋ ਇੱਕ ਸਰਬ ਸਾਂਝਾ ਧਰਮ ਹੈ। ਉਹ ਕੀ ਹੈ? ਕਲਮੇ ਏਕ ਨਾਮ ਕਿਰਪਾ ਨਿਧ, ਜਿਹਨੂੰ ਜਪ ਕੇ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣਿਆ ਜਾ ਸਕਦਾ। ਪੈ ਦਇਆਲ ਕਿਰਪਾਲ ਸੰਤ ਜਨ, ਤਵੇ ਬਾਤ ਬਤਾਈ, ਸਰਬ ਧਰਮ ਮਾਨੋ ਤੈ ਕੀਏ, ਜੇ ਪ੍ਰਭ ਕੀਰਤ ਗਾਈ। ਮਹਿਲਾ 9ਵਾਂ, ਪੰਨਾ 902 ਤੇ ਗੁਰੂ ਪਾਤਸ਼ਾਹ ਦੇ ਪਾਵਨ ਬਚਨ ਹਨ। ਗੁਰੂ ਜੀ ਦੀ ਬਾਣੀ ਵਿੱਚ ਨਾਮ ਸਿਮਰਨ ਜਾਂ ਭਗਤੀ ਦਾ ਸੰਕਲਪ ਜਦੋਂ ਅਸੀਂ ਉਹਨਾਂ ਤੋਂ ਸਮਝਦੇ ਹਾਂ ਤਾਂ ਜੋ ਵਿਚਾਰਧਾਰਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ, ਉਸ ਇੱਕ ਲਾਈਨ ਵਿੱਚ ਕਹਿ ਸਕਦੇ ਹਾਂ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣ ਦਾ ਨਾਮ ਹੀ ਸਿੱਖੀ ਹੈ। ਸਰੀਰ ਕਾਇਮ ਰੱਖਣ ਲਈ ਕਿਰਤ ਜ਼ਰੂਰੀ ਹੈ ਤਾਂ ਕਿ ਸਰੀਰ ਦੀਆਂ ਲੋੜਾਂ, ਰੋਟੀ, ਕੱਪੜਾ ਔਰ ਮਕਾਨ, ਕੁੱਲੀ ਗੁੱਲੀ ਤੇ ਜੁੱਲੀ ਦਾ ਪ੍ਰਬੰਧ ਹੋ ਸਕੇ। ਜੇ ਸਰੀਰ ਕਾਇਮ ਹੈ ਪਰ ਮਨੁੱਖ ਨਾਮ ਨਹੀਂ ਜਪਦਾ, ਤਾਂ ਐਸੇ ਸਰੀਰ ਨੂੰ ਸਤਿਗੁਰੂ ਨੇ ਆਖਿਆ ਸੀ ਕਿ ਦੁਲਭ ਦੇ ਪਾਈ ਬੜਭਾਗੀ, ਨਾਮ ਨ ਜਪੇ ਤਾਂ ਆਤਮ ਘਾਤੀ, ਮਰ ਨਾ ਜਾਏ ਜਿਨ ਵਿਸਰਤ ਰਾਮ, ਨਾਮ ਵੀ ਹੁਣ ਜੀਵਨ ਕੌਣ ਕਾਮ, ਜਾਂ ਅਵਰ ਕਾਜ ਤੇਰੇ ਕੀਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਨਾਮ ਕੀ ਹੈ? ਸੌਖੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਦੀ ਯਾਦ ਤੇ ਨੇਕ ਕੰਮ ਕਰਨੇ ਹੀ ਨਾਮ ਸਿਮਰਨ ਹੈ। ਜੋ ਇਨਸਾਨ ਗੁਰਬਾਣੀ ਅਨੁਸਾਰ ਪ੍ਰੈਕਟੀਕਲ ਜੀਵਨ ਜਿਉਂਦਾ ਹੋਇਆ ਪ੍ਰਮਾਤਮਾ ਦੀ ਯਾਦ ਆਪਣੇ ਹਿਰਦੇ 'ਚ ਰੱਖਦਾ ਹੈ, ਉਸ ਨੂੰ ਅਸੀਂ ਭਾਵੇਂ ਸਾਧ ਕਹਿ ਲਈਏ, ਸੰਤ ਕਹਿ ਲਈਏ, ਭਗਤ ਕਹਿ ਲਈਏ, ਗੁਰਮੁਖ, ਦਰਵੇਸ਼, ਸਿੱਖ, ਸਿੰਘ ਜਾਂ ਖਾਲਸਾ, ਕੁਝ ਵੀ ਨਾਮ ਦੇ ਦਈਏ, ਪਰ ਜੇ ਕਥਨੀ ਅਤੇ ਕਰਨੀ ਦੇ ਵਿੱਚ ਫਰਕ ਹੈ ਤਾਂ ਉਹਨੂੰ ਭੇਖੀ, ਪਖੰਡੀ, ਠੱਗ ਆਦਿ ਹੀ ਮੰਨਿਆ ਜਾ ਸਕਦਾ ਹੈ। ਉਸ ਦੇ ਕੀਤੇ ਹੋਏ ਸਾਰੇ ਪਾਠ ਤੇ ਹੋਰ ਕਰਮ ਧਰਮ ਉਹ ਅਜਾਈਂ ਚਲ ਜਾਂਦੇ ਨੇ। ਸ਼ਾਇਦ ਇਹੀ ਕਾਰਨ ਸੀ ਬਾਣੀ ਵਿੱਚ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਤੈ ਨਰਕਿਆ ਪ੍ਰਾਣ ਸੰਕੀਨਾ, ਅਨ ਪਾਵਨੀ ਭਗਤ ਨੀ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ, ਬਾਟ ਪਾਰ ਕਰ ਮੂਸ ਬਰਾਨੋ। ਰਸਤੇ ਵਿੱਚ ਲੋਕਾਂ ਦੇ ਪੇਟ ਪਾੜ ਕੇ ਲੁੱਟਦਾ ਏ, ਪੇਟ ਭਰੇ ਅਪਰਾਧੀ, ਤੇ ਆਪਣਾ ਇਹਨਾਂ ਅਪਰਾਧ ਭਰੇ ਕੰਮਾਂ ਨਾਲ ਪੇਟ ਭਰਦਾ ਹੈ। ਜੈ ਪ੍ਰਲੋਕ ਜਾਹੇ ਅਪਕੀਰਤ, ਸੋਈ ਵਿਦਿਆ ਸਾਧੀ, ਹਿੰਸਾ ਤੋਂ ਮਨ ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ, ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨਾ ਚਾਲੀ। ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸੇ ਗੱਲ ਦੀ ਪ੍ਰੋੜਤਾ ਕਰਦੇ ਹੋਏ ਹੁਕਮ ਕਰਦੇ ਹਨ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਤ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਵਿਦ ਜਲ ਕੋ ਮੀ, ਜਨਮ ਜਨਮ ਕਾ ਸੰਸਾਰ ਚੁਕਾ, ਰਤਨ ਨਾਮ ਜਪ ਪਾਇਆ, ਤ੍ਰਿਸ਼ਨਾ ਸਕਲ ਵਿਨਾਸੀ ਮਨ ਤੇ, ਨਿਜ ਸੁਖ ਮਾਹੇ ਵਸਾਇਆ। ਗੁਰੂ ਜੀ ਦੀ ਬਾਣੀ ਅਨੁਸਾਰ ਨਾਮ ਜਪਣ ਵਾਲਾ ਪ੍ਰਾਣੀ ਆਪਣੇ ਆਪ ਵਿੱਚ ਅਤੇ ਸਮਾਜ ਵਿੱਚ ਇੱਕ ਗੌਰਵਸ਼ੀਲ ਇਨਸਾਨ ਬਣ ਜਾਂਦਾ ਹੈ। ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਬਿਲਾਵਲ ਮਹਿਲਾ 9ਵਾਂ, ਕਲ ਮੈਂ ਮੁਕਤ, ਨਾਮ ਤੇ ਪਾਵਤ, ਗੁਰ ਜੇ ਭੇਦ ਬਤਾਵੇ, ਕਹੋ ਨਾਨਕ ਸਹੀ ਨਰ ਗਰੂਆ, ਗਰੂਆ ਮੈਨੇ ਗੌਰਵਸ਼ੀਲ, ਜੋ ਪ੍ਰਭ ਕੇ ਗੁਣ ਗਾਵੇ। ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮਨੁੱਖਾ ਜਨਮ ਦੀ ਵੀ ਵਿਸ਼ੇਸ਼ ਮਹਾਨਤਾ ਸਤਿਗੁਰੂ ਨੇ ਦੱਸੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ, ਨਾਨਕ ਕਹਿਤ ਮਿਲਨ ਕੀ ਵਰੀਆ, ਸਿਮਰਤ ਕਹਾ ਨਹੀਂ। ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 3 ਅਵਸਥਾਵਾਂ ਬਿਆਨ ਕੀਤੀਆਂ ਨੇ, ਬਾਲ ਜਵਾਨੀ, ਅਰ ਬਿਰਧ ਪੁਨ, 3 ਅਵਸਥਾ ਜਾਨ।
ਕਿਉਂਕਿ ਇਹ ਮਨੁੱਖਾ ਜਨਮ ਦੀਆਂ ਤਿੰਨ ਅਵਸਥਾ ਜਿਹੜੀਆਂ ਇਹਦੇ ਵਿੱਚ ਬਚਪਨ, ਜਵਾਨੀ ਤੇ ਬੁਢੇਪਾ, ਇਹਦੇ ਵਿੱਚ ਗੁਣ ਵੀ ਹਨ ਤੇ ਔਗੁਣ ਵੀ ਹਨ। ਬਚਪਨ ਵਿੱਚ ਭੋਲਾਪਨ, ਨਿਰਛਲਤਾ, ਖੇੜਾ ਤੇ ਤਾਜ਼ਗੀ, ਔਰ ਔਗੁਣ ਕੀ ਹੈ? ਅਣਜਾਣਪੁਣਾ, ਬੇਸਮਝੀ। ਜਵਾਨੀ ਆਉਂਦੀ ਹੈ ਸਾਹਸ, ਬਲ, ਵਿਕਾਸ ਤੇ ਚੇਤਨਤਾ, ਇਹ ਗੁਣ ਹਨ। ਪਰ ਮਦਵਸਤੀ ਤੇ ਬੇਕਾਰੀ ਦ੍ਰਿਸ਼ਟੀ। ਫਿਰ ਬੁਢਾਪਾ ਆ ਜਾਂਦਾ ਹੈ, ਇਹ ਚ ਪਰਿਪੱਕਤਾ ਹੈ, ਤਜਰਬਾ ਹੈ, ਨਿਪੁੰਨਤਾ ਹੈ, ਪਰ ਨਿਰਬਲਤਾ ਅਤੇ ਮੁਤਾਜੀ ਜਿਹੜੀ ਹੈ ਉਹ ਬੰਦੇ ਦੀ ਪੇਸ਼ ਨਹੀਂ ਚੱਲਣ ਦਿੰਦੀ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਤਿੰਨੇ ਅਵਸਥਾ ਦੁਨਿਆਵੀ ਤੌਰ ਤੇ ਭਾਵੇਂ ਕਿੰਨੀਆਂ ਵੀ ਸੁਖੀ ਤੇ ਵਿਕਾਸਸ਼ੀਲ ਕਿਉਂ ਨਾ ਹੋਣ, ਨਾਮ ਸਿਮਰਨ ਤੋਂ ਬਿਨਾਂ ਇਹ ਵਿਅਰਥ ਹੀ ਜਿਹੜੀਆਂ ਫਿਟਕਾਰਨਯੋਗ ਬਣ ਜਾਂਦੀਆਂ ਹਨ। ਬਾਣੀ ਦਾ ਪ੍ਰਮਾਣ ਹੈ ਬਾਲ ਵਿਵਸਥਾ ਬਾਰ ਕੰਧ, ਪਰ ਜੋ ਲੱਗਾ ਦੁਰਗੰਧ, ਤ੍ਰਿਤੀਆ ਵਿਵਸਥਾ ਸਿੰਚੇ ਮਾਏ, ਬਿਰਧ ਵਿਆਹ ਛੋੜ ਚੱਲਿਓ ਪਛਤਾਏ, ਚਿਰੰਕਾਲ ਪਾਈ ਦੁਰਲਭ ਦੇ, ਨਾਮ ਬਿਹੁਣੀ ਹੋਈ ਖੇ। ਸੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਕਹਿੰਦੇ ਹਨ, ਤਰਨਾ ਪੋ ਵਿਖਿਆਨ ਸਿਉ ਖੋਇਓ, ਤਰਨਾ ਪੋ ਵਿਖਿਆਨ ਸਿਉ ਖੋਇਓ, ਬਾਲਪਨ ਅਗਿਆਨਾ, ਬਿਰਧ ਵਿਆਹ ਜੂਨੇ ਸਮਝ, ਕੌਣ ਕੁ ਮਤ ਰਜਾਨਾ। ਕਿਉਂਕਿ ਇਹਨਾਂ ਔਗੁਣਾਂ ਦਾ ਵਿਸਤਾਰ ਕਰਦੇ ਭਾਈ ਗੁਰਦਾਸ ਜੀ ਨੇ ਕਿਹਾ ਸੀ, ਸੁਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ, ਪਰ ਜੋਗਨ ਭਰਮਾਈਏ, ਪਰ ਤਨ ਪਰ ਧਨ ਪਰ ਨਿੰਦ ਲੁਭਾਵੇ, ਬਿਰਧੋ ਜੰਜਾਲ ਵਿੱਚ ਮਹਾਜਾਲ ਪਰਿਵਾਰ ਭਾਵੇ, ਬਲਹੀਣ ਮਤਹੀਣ ਹੋਏ, ਨਾਉ 72 ਬਰੜਾਵੇ, ਅੰਨਾ ਬੋਲਾ ਪਿੰਗਲਾ, ਤਨ ਥੱਕਾ ਮਨ ਦਹਿ ਧਿਤਾਵੇ, ਸਾਧ ਸੰਗਤ ਗੁਰ ਸ਼ਬਦ ਬਿਨ ਲੱਖ 84 ਜੋਨ ਭਰਮਾਵੇ, ਅਵਸਰ ਚੁਕਾ ਫਿਰ ਹਾਥ ਨਾ ਆਵੇ। ਧੰਨ ਗੁਰੂ ਤੇਗ ਬਹਾਦਰ ਜੀ ਵੀ ਫਰਮਾਉਂਦੇ, ਬਾਲ ਜਵਾਨੀ ਔਰ ਬਿਰਧ ਪੁੰਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਈਮਾਨ। ਇਸ ਲਈ ਮਨੁੱਖਾ ਦੇ ਤੱਤਾਂ ਤੋਂ, ਪੰਜਾਂ ਤੱਤਾਂ ਤੋਂ ਬਣੀ ਤੇ ਨਾਸ਼ਵਾਨ ਹੈ। ਪੰਜ ਤਤ ਕੋ ਤਨ ਰਚਿਓ, ਜਾਨੋ ਚਿਤਰ ਸੁਜਾਨ, ਜੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਮੁਕਤੀ ਦਾ ਜੋ ਸੰਕਲਪ ਦਿੱਤਾ ਹੈ, ਉਹ ਮਰਨ ਤੋਂ ਬਾਅਦ ਮੁਕਤੀ ਦੀ ਕੋਈ ਗੱਲ ਨਹੀਂ। ਸਤਿਗੁਰੂ ਜੀ ਨੇ ਆਖਿਆ, ਮਰਨ ਮੁਕਤ ਕਿਨ ਪਾਈ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ, ਜਾਂ ਬੂੜ ਮੂਏ ਨੌਕਾ ਮਿਲੇ ਕੋ ਕਾਹੇ ਚੜਾਵ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੋਂ ਪੁੱਛਦੇ ਹਾਂ ਕਿ ਸੱਚੇ ਪਾਤਸ਼ਾਹ ਤੁਸੀਂ ਮੁਕਤੀ ਬਾਰੇ ਕੀ ਖਿਆਲ ਦਿੰਦੇ ਹੋ, ਸਤਿਗੁਰੂ ਜੀ ਕਹਿੰਦੇ, ਜਿਉਂਦੇ ਜੀ ਮੁਕਤ ਹੋਣਾ ਪੈਣਾ। ਉਹ ਜਿਉਂਦੇ ਜੀ ਮੁਕਤ ਦੀ ਅਵਸਥਾ ਜਿਹੜੀ ਹੈ, ਅਸੀਂ ਸਾਰੇ ਜਾਣਦੇ ਸਤਿਗੁਰੂ ਦੇ ਪਾਵਨ ਬਚਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾਂਕੇ, ਕੰਚਨ ਮਾਟੀ ਮਾਨੇ, ਨੈ ਨਿੰਦਿਆ ਨੇ ਉਸਤਤ ਜਾਂਕੇ, ਲੋਭ ਮੋਹ ਅਵਮਾਨਾ, ਹਰਖ ਸੋਭ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗੇ, ਜਗਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਤੇ ਪਰਸੇ ਨਾਹਿ, ਤੈ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਨ ਨਰਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਜੀਵਨ ਦੇ ਹੋਰ ਪਹਿਲੂਆਂ ਤੇ ਸੇਧ ਦਿੰਦੀ ਹੈ, ਉੱਥੇ ਨਸ਼ਿਆਂ ਤੋਂ ਵੀ ਬਚਣਾ ਹੈ। ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਸਮੇਂ ਅਨੇਕਾਂ ਲੋਕਾਂ ਨੂੰ ਜੀਂਦ ਦੇ ਇਲਾਕੇ ਦੇ ਵਿੱਚ ਜਿਹੜੇ ਤੰਬਾਕੂ ਬੀਜਦੇ, ਤੰਬਾਕੂ ਖਾਂਦੇ ਸਨ, ਉਹਨਾਂ ਨੂੰ ਇਹ ਉਪਦੇਸ਼ ਦਿੱਤਾ ਸੀ ਕਿ ਗੰਦਾ ਵੰਸ਼ ਧੂਮ ਤੇ ਤਿਆਗੋ। ਬਈ ਇਹ ਜਿਹੜਾ ਗੰਦਾ ਨਸ਼ਾ ਹੈ ਨਾ, ਜਗਤ ਝੂਠ, ਇਹਦੇ ਭੁੱਲ ਕੇ ਵੀ ਨੇੜੇ ਨਹੀਂ ਜਾਣਾ। ਗੰਦਾ ਧੂਮ ਵੰਸ਼ ਤੇ ਇਹ ਤਿਆਗੋ, ਅੱਤ ਗਿਲਾਨ ਇਸ ਤੇ ਤਰਪਾਗੋ। ਗੁਰੂ ਜੀ ਨੇ ਸਰੀਰ ਦਾ ਨਾਸ਼ ਕਰਨ ਵਾਲੇ ਜਿੱਥੇ ਬੈਰੂਨੀ ਨਸ਼ਿਆਂ ਤੇ ਪਾਬੰਦੀ ਲਾਉਂਦੇ ਹੋਏ, ਮਨੁੱਖੀ ਆਤਮਾ ਨੂੰ ਗਰਕ ਕਰਨ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਵਾਨੀ, ਸੁੰਦਰਤਾ, ਧਨ, ਅਸ਼ਲੀਲਤਾ ਤੇ ਔਗੁਣਾ ਵਰਗੇ ਨਸ਼ਿਆਂ ਤੇ ਵੀ ਪਾਬੰਦੀ ਲਾਈ। ਸਤਿਗੁਰੂ ਦੇ ਉਹ ਪਾਵਨ ਬਚਨ, ਜੋਬਨ ਧਨ ਪ੍ਰਭ ਤੱਕ ਹੈ ਮਦ ਮੈਂ। ਪ੍ਰਭ ਤਾਂ ਮੈਨੇ ਹੁੰਦੀ ਮਾਣ, ਸ਼ੋਭਾ, ਵਡਿਆਈ ਦੀ ਭੁੱਖ। ਜੋਬਨ ਧਨ ਪ੍ਰਭ ਤੱਕ ਹੈ ਮਦ ਮੈਂ, ਅੰਸ ਰਹੇ ਦੀਵਾਨਾ, ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਉ ਨੇ ਨਾ ਲਗਾਨਾ। ਸਤਿਗੁਰੂ ਜੀ ਕਹਿੰਦੇ ਨੇ, ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨਾ ਕਾਹੂ ਜਾਈ। ਰਾਮ ਕਲੀ ਦੇ ਰਾਗ ਵਿੱਚ ਵਚਨ ਹਨ, ਮਾਇਆ ਕੋ ਮਦ ਕਹਾਂ ਕਰਤ ਹੈ, ਸੰਗ ਨਾ ਕਾਹੂ ਜਾਈ। ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ। ਸੋ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਸਿੱਖਿਆ ਹਰ ਮਨੁੱਖ ਨੂੰ ਜਿੱਥੇ ਇੱਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਕਰਦੀ, ਉੱਥੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਕਿਉਂਕਿ ਗੁਰੂ ਜੀ ਨੇ ਜਿੱਥੇ ਦੁਨਿਆਵੀ ਨਸ਼ਿਆਂ ਤੋਂ ਮਨੁੱਖ ਨੂੰ ਬਚਾਇਆ, ਉੱਥੇ ਸਾਡੇ ਅੰਦਰਲੇ ਨਸ਼ੇ ਜਿਹੜੇ ਹੈ
इस देह ही अंदर पंच चोर वसे, ये भी नशा का ही रूप ने। इन्हां तो बचन की भी सतगुरु ने सख्त हदायत की है। साध संगत ये गल भी चेता रखनी, सतगुरु जी की बाणी दे विचों जिथे पहला ज्ञानी की परिभाषा मैं दसी, ज्ञानी कौन है, भै काहू को देत ने, उत्थे जोगी कौन है। सच्चे पातशाह कहते पर निंदा उस्तत ने जाके, कंचन लो समानो, हरख सोध ते रहे अतीता, जोगी ताहे वखानो। तै जोगी को जोगत ना जानो, उन कादा जोगी जानना है। लोभ मोह माया ममता गुण, जे घट माहे पछानो, जिहदे अंदर हर वेले औगण वसदे ने, ते उहनूं जोगी नहीं आख्या जा सकदा। इसे तरह भगतहीन पत्थर वर्गा है इंसान। सतगुरु कहंदे जैसे पाहन जल में रखियो, भेदे नाहे तै पानी, तैसे ही तुम ताहे पछानो, भगतहीन जो प्राणी। सतगुरु जी का हुक्म है मौत की चिंता नहीं करनी। ये तो अनहोनी नहीं, ये होनी हुई है। चिंता तक की कीजिए जो अनहोनी होए, हे मार्ग संसार को नानक थिर नहीं कोई। गौरवशील मनुख मैं पहला दस दिता, कल मैं मुक्त नाम ते पावत गुरजे भेद बतावे, और नानक सोई नर गरुआ जो प्रभ के गुण गावे। श्रेष्ठ धर्म केड़ा है, भय दयाल कृपाल संत जन, तवे बात बताई, सगल धर्मां तै किए, जे प्रभ कीरत गाई। जग नूं किवें जित्तिया जावे, जिवें गुरु नानक पातशाह ने कहा सी, मन जीतै जग जीत। धन गुरु तेग बहादुर जी कहते हैं कि जग नूं जितण लई भाई गर्व करता है देह गोबिंद सै छिन में मीत, जै प्राणी हर जस कहियो, नानक तै जग जीत। केवल ते केवल नाम सिमरन नाल ही मन नूं जित्तिया जा सकदा। मनुखा जन्म सफल किवें होवे, सतगुरु जी कहते चिंता उपजी घट में, जब गुर चरण अनुरागियो, सफल जन्म नानक तब हुआ, जो प्रभ जस, जो प्रभ जस मैं भागियो। मनमुख पापी हुंदे ने। पापी कौन है, पापी हीए में काम वसाए, जिहदे मन विच हर वेले विकार वसदे ने। मन चंचल जाते क्यों न जाए, मन उन्हां दे काबू नहीं हुंदा ते हर वेले काम आदि विकारां विच फसे होए ने। पर यह खेल कठन है, बहुत खेल कठन। सच्चे पातशाह कहते उस निंदा दो त्यागै, खोजै पद निर्माना, जन नानक के खेल कठन है, किन्हू गुरमुख जाना। ਜਿਹੜਾ ਢੀਠ ਮਨ ਹੈ ਨਾ, ਸਤਿਗੁਰੂ ਨੇ ਕੁੱਤੇ ਦੀ ਪੂਛ ਨਾਲ ਤੁਲਨਾ ਦਿੱਤੀ ਹੈ। ਲੋਭੀ ਮਨ ਨੂੰ ਜਿਉਂ ਕੁੱਕਰ ਹਰਕਾਇਆ ਥਾਵੇਂ ਦਿਆ ਦਿਸ ਜਾਏ, ਲੋਭੀ ਜੰਤ ਨ ਜਾਣੀ ਭਖ ਸਭ ਗਾਏ। ਇਸੇ ਤਰ੍ਹਾਂ ਜਿਹੜਾ ਢੀਠ ਮਨ ਹੈ ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੱਦਾਂ ਕੁੱਤੇ ਦੀ ਪੂਛ ਜਿਹੜੀ ਹੈ ਉਹ ਹਮੇਸ਼ਾ ਹੀ ਵਿੰਗੀ ਰਹਿੰਦੀ ਹੈ, ਇਸੇ ਤਰ੍ਹਾਂ ਢੀਠ ਮਨ ਆਪਣੀਆਂ ਬੁਰਾਈਆਂ ਛੱਡਣ ਨੂੰ ਤਿਆਰ ਨਹੀਂ ਹੁੰਦਾ। ਮੈਂ ਤੇ ਇਹ ਕੁਦਰਤੀ ਪ੍ਰਮਾਣ ਯਾਦ ਆ ਗਿਆ, पर हम तो अगे नहीं आ रही है क्योंकि टाइम भी बहुत नटिया जा रहा। तो संसार में कौन रहेगा, सच्चे पातशाह ने कहा इतने रहने वाली कोई हस्ती है, तीन हस्तियां नाम रहो, साधु रहो रहो। जय सिमरत संकट मिटे, दर्श तुहारो होए। इन्हां बचनों के नाल धन गुरु तेग बहादुर जी की बाणी के अंतले श्लोक खोल के मैं आप जी की सेवा विच गुरु तेग बहादुर जी के पावन उपदेश को पूरा नहीं अधूरे रूप ही पेश कर सके हाँ, क्योंकि बहुत बड़ी घटना वापर गई सिख मिशनरी कॉलेज के समूह वीरां दे नाल कि सचखंड वासी प्रिंसीपल हरभजन सिंह जी सानू सदीवी विछोड़ा दे के चले गए। आज मूड नहीं बनता सी, पर सतगुरु जी के पावन इतिहास तो सेध लैके धन गुरु गोबिंद सिंह जी ने सारा सरबंस कुर्बान करने तो बाद भी जो कल्ले रह गए सी, फिर भी मिस्टर ट्रंप कहता दमदमा साहब जाके 1,20,000 बंदियां नूं अमृत छका दिता। इदां दे इतिहास ने फिर सेध बख्शी। अरदास करदा सच्चे पातशाह जिथे सिख मिशनरी कॉलेज नाल संबंधित हर पंथ दर्दी कौम दे विच बैठा होया, ਉਹ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਾ ਸੀ ਕਿ ਸਤਿਗੁਰੂ ਐਸੀ ਕਿਰਪਾ ਕਰਨ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਾਨੂੰ ਬਲ ਬਖਸ਼ ਕਰਨ। ਮੈਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਮੂਹ ਮਿਸ਼ਨਰੀ ਵੀਰਾਂ, ਭਾਵੇਂ ਕਿਸੇ ਉਹ ਕਾਲਜ ਨਾਲ ਸੰਬੰਧਿਤ ਨੇ, ਪਰ ਸਿੱਖ ਮਿਸ਼ਨਰੀ ਕਾਲਜ ਦੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ, ਜੋ ਇਹ ਕੌਮ ਨੂੰ ਘਾਟਾ ਪਿਆ ਹੈ, ਇਹ ਘਾਟਾ ਗੱਲਾਂ ਨਾਲ ਰੋ ਕੇ ਅਫਸੋਸ ਕਰਕੇ ਪੂਰਾ ਨਹੀਂ ਹੋਣਾ। ਆਓ ਉਹਨਾਂ ਦੇ ਮਾਰਗ ਤੇ ਚੱਲਦੇ ਹੋਏ ਉਸੇ ਮੰਜ਼ਿਲ ਦੇ ਪਾਂਧੀ ਬਣ ਜਾਈਏ, ਉਸੇ ਮੰਜ਼ਿਲ ਨੂੰ ਆਪਣਾ ਟੀਚਾ ਮਿਥ ਲਈਏ ਜਿਸ ਮੰਜ਼ਿਲ ਤੇ ਪਹੁੰਚਣ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਤੋਂ ਸੇਧ ਲੈ ਕੇ
ਪ੍ਰਿੰਸੀਪਲ ਸਾਹਿਬ ਜੀ ਨੇ ਆਪਣਾ ਜੀਵਨ ਬਤੀਤ ਕੀਤਾ ਸੀ ਤੇ ਹੋਰ ਸਾਰਾ ਕੁਝ ਨਜ਼ਰਅੰਦਾਜ਼ ਕਰਕੇ ਕੇਵਲ ਤੇ ਕੇਵਲ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ ਔਰ ਨਿਸ਼ਕਾਮ ਹੋ ਕੇ ਘਰੇਲੂ ਰੁਕਾਵਟਾਂ ਅੱਗੇ ਨਹੀਂ ਆਉਣ ਦਿੱਤੀਆਂ। ਜਿੱਦਾਂ ਸਾਡੇ ਪੁਰਾਤਨ ਬਜ਼ੁਰਗ ਹੁੰਦੇ ਸਨ ਉਸੇ ਤਰ੍ਹਾਂ ਦਾ ਜੀਵਨ ਉਹਨਾਂ ਨੇ ਜੀਵਿਆ। ਮੈਂ ਇਹਨਾਂ ਸ਼ਬਦਾਂ ਦੇ ਰਾਹੀਂ ਜਿੱਥੇ ਉਹਨਾਂ ਦੀ ਇੱਕ ਯਾਦ ਮਿੱਠੀ ਜਿਹੀ ਤੁਹਾਡੇ ਮਨਾਂ ਦੇ ਵਿੱਚ ਜੇ ਕਰਵਾਈ ਹੈ ਯਾਦ, ਉੱਥੇ ਬੇਨਤੀ ਵੀ ਕਰਾਂਗਾ, ਆਓ ਰਲ ਮਿਲ ਕੇ ਹੁਣ ਇਕੱਠੇ ਹੋਣ ਕੇ ਫਿਰ ਆਪਣੇ ਕਾਲਜ ਧਰਮ ਪ੍ਰਚਾਰ ਤੇ ਧਰਮ ਦੇ ਪ੍ਰਸਾਰ ਦੀ ਮਹਾਨ ਸੇਵਾ ਦੇ ਲਈ ਸਾਨੂੰ ਇਕੱਠੇ ਹੋ ਕੇ ਇੱਕਦਮ ਅੱਗੇ ਵਧਣਾ ਚਾਹੀਦਾ, ਤਾਂ ਕਿ ਉਹਨਾਂ ਦੀ ਘਾਟ ਵੀ ਨਾ ਮਹਿਸੂਸ ਹੋਵੇ। ਸਤਿਗੁਰੂ ਕਿਰਪਾ ਕਰਨ ਵਿੱਚ ਵੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਦੇ ਸਦੀਵੀ ਨਿਵਾਸ ਵੀ ਬਖਸ਼ ਦੇਣ ਤੇ ਪਰਿਵਾਰ ਨੂੰ ਔਰ ਮਿਸ਼ਨਰੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣ। ਭੁੱਲ ਗਲਤੀ ਲੈ ਕੇ ਮਾਂ ਜੀ ਬਹੁਤ ਬਹੁਤ ਧੰਨਵਾਦ। ਕੁਛ ਮਿੰਟ ਉੱਤੇ ਲੈ ਗਿਆ। ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।